ਸਾਡੇ ਕੋਲ ਡਰੱਗਸ ਆ ਗਈਆਂ ਜਿਹੜੀਆਂ 14 ਦਿਨ ਲਈ ਤੁਸੀਂ ਦਿਓਗੇ ਐਂਟੀਵਾਇਰਲ ਡਰੱਗਸ ਜਿਹੜੀਆਂ ਹਨ। ਅੱਛਾ, ਸੋ ਡਾਕਟਰ ਸਾਹਿਬ ਇਹ ਇੰਜੈਕਸ਼ਨ ਹਰ ਕਿਸੇ ਨੂੰ ਹੀ ਲਾਉਣਾ ਪਏਗਾ ਇਹਤਿਆਤ ਵਜੋਂ, ਜਾਂ ਫਿਰ ਜਿਨ੍ਹਾਂ ਨੂੰ ਮਤਲਬ ਜਿਹੜੇ ਪੋਜ਼ਿਟਿਵ ਖਤਰਾ ਹੈ ਉਹਨਾਂ ਨੂੰ ਜ਼ਰੂਰੀ ਹੋ ਜਾਏਗਾ। ਸੋ ਇਹ ਮੌਕ ਡਰੱਗਸ ਦਾ ਕਿੰਨਾ ਕੁ ਅਸਰ ਹੁੰਦਾ ਹੈ? ਬਹੁਤ ਜ਼ਿਆਦਾ ਪੈਨਿਕ ਨਾਲ ਹੁੰਦੀ ਜੇ। ਹਮੇਸ਼ਾ ਤੁਸੀਂ ਸੱਪ ਵੇਖ ਕੇ ਜ਼ਿਆਦਾ ਮੌਤਾਂ ਹੋ ਜਾਂਦੀਆਂ, ਲੜੇ ਕਿ ਨਾ ਲੜੇ। ਜਿੰਨੀਆਂ ਮੌਤਾਂ ਹੋਈਆਂ ਨੇ ਉਨੀਆਂ ਸਰਕਾਰ ਦੱਸ ਨਹੀਂ ਰਹੀ ਤੇ ਸਾਨੂੰ ਵੀ ਪ੍ਰੈਸ਼ਰਾਈਜ਼ ਕੀਤਾ ਗਿਆ। ਸਾਡੇ ਉੱਤੇ ਵੀ ਬੜੀ ਵਾਰ ਹਦਾਇਤਾਂ ਇਹ ਸਾਨੂੰ ਜਾਰੀ ਹੁੰਦੀਆਂ ਕਿ ਤੁਸੀਂ ਬਿਲਕੁਲ ਮੂੰਹ ਤੇ ਟੇਪ ਲਾਓ, ਪਤਾ ਹੀ ਨਹੀਂ ਹੋਣਾ ਚਾਹੀਦਾ ਕਿੰਨੇ ਕੇਸ ਆਏ, ਕਿੰਨੀਆਂ ਮੌਤਾਂ ਹੋਈਆਂ। ਇਹ ਸਾਡੇ ਤੇ ਵੀ ਸਟ੍ਰਿਕਟ ਗੱਲ ਹੁੰਦੀ ਹੈ ਕਿ ਤੁਸੀਂ ਦੱਸਣਾ ਹੀ ਨਹੀਂ। ਜੇ ਇਹਦੇ ਵਿੱਚ ਯਾਨੀ HIV ਦੇ ਅੰਸ਼ ਬਚਦੇ ਨੇ ਜਾਂ ਲੰਮੇ ਸਮੇਂ ਤੱਕ ਕੋਈ ਸੁਲਗਦੀ ਅੱਗ ਵਾਂਗ ਸਰੀਰ ਅੰਦਰ ਅਸਰ ਛੱਡ ਜਾਂਦੇ ਨੇ, ਅਸਲ ਤਬਾਹੀ ਫਿਰ ਉਦੋਂ ਸ਼ੁਰੂ ਹੋਣੀ ਹੈ। ਕੋਰੋਨਾ ਵਾਇਰਸ ਪੂਰੇ ਵਿਸ਼ਵ ਦੇ ਵਿੱਚ ਮਹਾਮਾਰੀ ਦੇ ਵਜੋਂ WHO ਦੇ ਵੱਲੋਂ ਐਲਾਨ ਦਿੱਤਾ ਗਿਆ, ਜਿਸ ਤੋਂ ਬਾਅਦ ਹਰ ਮੁਲਕ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਦੇ ਵਿੱਚ ਜੁਟਿਆ ਹੋਇਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ $20 ਅਰਬ ਨੇ ਜਿਹੜੇ ਆਪਣੇ ਦੇਸ਼ ਦੇ ਨਾਗਰਿਕਾਂ ਦੇ ਲਈ ਜਾਰੀ ਕੀਤੇ ਨੇ। ਭਾਰਤ ਦੀ ਗੱਲ ਕਰ ਲਈਏ ਤਾਂ ਇੱਥੇ ਪਾਬੰਦੀਆਂ ਲਾਈਆਂ ਗਈਆਂ ਨੇ, ਯਾਤਰਾ ਤੇ ਸਕੂਲ, ਕਾਲਜ, ਸਿਨੇਮਾ ਘਰ ਬੰਦ ਕੀਤੇ ਗਏ ਨੇ। ਪਰ ਇਹ ਗਰਾਊਂਡ ਰਿਐਲਿਟੀ ਹੈ ਕਿ ਪੂਰੇ ਮੁਲਕ ਦੇ ਵਿੱਚ ਹਾਲੇ ਵੀ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੈ ਕਿ ਕਿਵੇਂ ਬਚਾਇਆ ਜਾਵੇ। ਗਰਾਊਂਡ ਲੈਵਲ ਤੇ ਜੇ ਕਹੀਏ ਕਿ ਸਰਕਾਰ ਵੱਲੋਂ ਜੋ ਕੀਤਾ ਜਾਣਾ ਚਾਹੀਦਾ ਉਹ ਸ਼ਾਇਦ ਨਹੀਂ ਕੀਤਾ ਜਾ ਰਿਹਾ, ਸ਼ਾਇਦ ਸਰਕਾਰ ਦੇ ਕੋਲ ਫੰਡਾਂ ਦੀ ਘਾਟ ਹੈ। ਪਰ ਪਿੰਡਾਂ ਦੇ ਵਿੱਚ ਜਾਂ ਕਿਤੇ ਬਿਲਕੁਲ ਜਿਹੜੇ ਪਿਛੜੇ ਇਲਾਕੇ ਨੇ ਉੱਥੇ ਲੋਕਾਂ ਨੂੰ ਸੈਨੀਟਾਈਜ਼ਰ ਬਾਰੇ ਵੀ ਨਹੀਂ ਪਤਾ, ਉੱਥੇ ਮਾਸਕ ਬਾਰੇ ਵੀ ਨਹੀਂ ਪਤਾ। ਕੀ ਹੋਣਾ ਚਾਹੀਦਾ ਇਸ ਦੇ ਬਾਰੇ ਅਸੀਂ ਡਾਕਟਰ ਹਰਸ਼ਿੰਦਰ ਕੌਰ ਕੋਲ ਪਹੁੰਚੇ ਅੱਜ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਸਤਿ ਸ਼੍ਰੀ ਅਕਾਲ। ਸੋ ਡਾਕਟਰ ਸਾਹਿਬ, ਪੰਜਾਬ ਦੇ ਹਾਲਾਤ ਆਪਾਂ ਜਾਣ ਲਈਏ। ਪੰਜਾਬ ਦੇ ਵਿੱਚ ਜਾਂ ਤਾਂ ਲੋਕ ਇਹ ਬਿਮਾਰੀ ਦਾ ਮਜ਼ਾਕ ਉਡਾ ਰਹੇ ਨੇ, ਇਕੱਲੇ ਪੰਜਾਬ 'ਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ, ਜਾਂ ਫਿਰ ਬਹੁਤ ਜ਼ਿਆਦਾ ਪੈਨਿਕ ਹੈ। ਪੰਜਾਬ ਦੇ ਵਿੱਚ ਅਸਲ ਹਾਲਾਤ ਕੀ ਨੇ? ਇਹ ਵੀ ਅਫਵਾਹਾਂ ਆ ਰਹੀਆਂ ਨੇ ਕਿ ਪੰਜਾਬ 'ਚ ਮੌਤਾਂ ਬਹੁਤ ਹੋ ਰਹੀਆਂ ਨੇ, ਸਰਕਾਰ ਲੁਕੋ ਰਹੀ ਹੈ। ਸੱਚ ਕੀ ਹੈ? ਪਹਿਲਾਂ ਸਮਝ ਲਈਏ ਕਿ ਕਰੋਨਾ ਵਾਇਰਸ ਹੈ ਕੀ। ਮੇਰਾ ਖਿਆਲ ਉਸ ਤੋਂ ਕੁਝ ਜ਼ਿਆਦਾ ਸਪਸ਼ਟ ਹੋ ਜਾਏਗਾ ਲੋਕਾਂ ਨੂੰ। ਕਰੋਨਾ ਵਾਇਰਸ ਦਰਅਸਲ ਆਮ ਖੰਘ ਜ਼ੁਕਾਮ ਦੀ ਵਾਇਰਸ ਜਿਹੜੀ ਅੱਜ ਤੋਂ ਨਹੀਂ, ਲਗਭਗ 30 ਸਾਲ ਤੋਂ ਤਾਂ ਅਸੀਂ ਵੇਖ ਹੀ ਰਹੇ ਹਾਂ। ਉਸ ਤੋਂ ਪਹਿਲਾਂ ਕਿਉਂਕਿ ਸਾਨੂੰ ਲੱਭਣ ਦਾ ਢੰਗ ਨਹੀਂ ਸੀ ਆਉਂਦਾ ਕਿ ਕੀ ਇਹ ਕਰੋਨਾ ਵਾਇਰਸ ਹੈ ਜਾਂ ਕੁਝ ਹੋਰ, ਸਿਰਫ ਇਸ ਕਰਕੇ ਉਹ ਤਾਂ ਉਸ ਤੋਂ ਵੀ ਕਾਫੀ ਚਿਰ ਪਹਿਲਾਂ ਤੋਂ ਰਹੀ ਹੋਏਗੀ। ਸਿਰਫ ਖੰਘ ਨੂੰ, ਆਮ ਖੰਘ ਜ਼ੁਕਾਮ ਜੋ ਹੁੰਦਾ ਸੀ ਤੇ ਉਹ 4 ਜਾਂ 5 ਦਿਨਾਂ 'ਚ ਠੀਕ ਹੋ ਜਾਂਦਾ ਸੀ। ਸਾਡੀਆਂ ਦਾਦੀਆਂ ਨਾਨੀਆਂ, ਉਹਨਾਂ ਨੂੰ ਅਸੀਂ ਜੇ ਯਾਦ ਹੋਵੇ ਅੱਜ ਵੀ, ਤਾਂ ਨਿੰਬੂ, ਅਦਰਕ ਤੇ ਸ਼ਹਿਦ ਦੇ ਨਾਲ ਕੋਸੇ ਪਾਣੀ 'ਚ ਦੇ ਦਿਆ ਕਰਦੀਆਂ ਸਨ ਤੇ ਸਾਰੇ ਠੀਕ ਹੋ ਜਾਂਦੇ ਸਨ। ਬਲਕਿ ਕੁਝ ਪੁਰਾਣੇ ਸਮੇਂ ਮੈਨੂੰ ਅਜੇ ਵੀ ਚੇਤੇ ਹੈ ਕਿ ਬਰਾਂਡੀ ਦਾ ਅੱਧਾ ਚਮਚ ਗਿਲਾਸ 'ਚ ਪਾ ਕੇ ਤੇ ਨਿੱਕੇ ਬੱਚਿਆਂ ਨੂੰ ਸਵਾ ਦਿੰਦੇ ਸਨ ਵੀ ਸਵੇਰ ਤੱਕ ਠੀਕ ਹੋ ਜਾਏਗੀ। ਉਹ ਇਹਨਾਂ ਨੇ ਕੁਝ ਨਹੀਂ ਸੀ ਕਰਨਾ ਹੁੰਦਾ। ਦਰਅਸਲ ਵਾਇਰਸ ਸੀ ਜਿਹਨੇ ਆਪਣੇ ਆਪ ਕੁਝ ਚਿਰਾਂ ਬਾਅਦ 3 ਜਾਂ 4 ਦਿਨਾਂ 'ਚ ਠੀਕ ਹੋ ਜਾਣਾ ਹੁੰਦਾ ਸੀ। ਆਮ ਖੰਘ ਜ਼ੁਕਾਮ ਜਿੱਥੇ ਸਾਰੇ ਹਰ ਘਰ ਵਿੱਚ ਕੋਈ ਵਿਰਲਾ ਹੀ ਹੋਣਾ ਜਿਹਨੂੰ ਕਦੇ ਵੀ ਨਾ ਹੋਇਆ ਹੋਵੇ। ਜੀ। ਸੋ ਇਹ ਵਾਇਰਸ ਆਮ ਖੰਘ ਜ਼ੁਕਾਮ ਦੀ ਵਾਇਰਸ ਸੀ ਜਿਹਦੀਆਂ 400 ਕਿਸਮਾਂ ਸਨ। ਜੀ। ਯਾਨੀ ਇੱਕ ਤਰੀਕੇ ਜੋ ਅੱਜ ਵੀ ਸਾਡੇ ਵੈਬ ਮੈਡ ਯਾਨੀ ਜਿਨ੍ਹਾਂ ਦੇ ਜੋ ਸਾਡੀ ਮੈਡੀਸਿਨ ਦੀ ਕਹਿ ਲਓ ਕਿ ਨਾਮਵਰ ਜੋ ਜਿਸ ਦੇ ਵਿੱਚ ਸਭ ਕੁਝ ਡਿਟੇਲ ਵਿੱਚ ਖੋਜ ਦੇ ਉੱਤੇ ਆਧਾਰਿਤ ਚੀਜ਼ਾਂ ਦੱਸੀਆਂ ਜਾਂਦੀਆਂ ਨੇ, ਇਹੋ ਜਿਹਾ ਸਾਡੇ ਇੱਕ ਹੈ ਜਿਹਨੂੰ ਸਿਰਫ ਡਾਕਟਰਸ ਜਾਂ ਜਿਹੜੇ ਰਿਸਰਚ ਕਰਦੇ ਨੇ ਉਹ ਆਪਣੇ ਆਪ ਉਹਨੂੰ ਪ੍ਰਿਸਕ੍ਰਾਈਬ ਕਰਕੇ ਤੇ ਫਿਰ ਉਹਦੇ ਵਿੱਚੋਂ ਲੇਟੈਸਟ ਰਿਸਰਚ ਕੱਢ ਸਕਦੇ ਨੇ। ਉਹਦੇ ਰਾਹੀਂ ਜੋ ਉਹਨਾਂ ਨੇ ਸਪਸ਼ਟ ਕੀਤਾ ਵੀ ਕੋਈ ਵੀ, ਇਹ ਲਫ਼ਜ਼ ਵਰਤਦੇ ਨੇ, ਕੋਈ ਵੀ ਦੁਨੀਆ ਦਾ ਅਜਿਹਾ ਨਹੀਂ ਹੋਣਾ ਜਿਹਨੂੰ ਕਦੇ ਹੀ ਖੰਘ ਜ਼ੁਕਾਮ ਨਾ ਹੋਇਆ ਹੋਵੇ। ਯਾਨੀ ਇੱਕ ਤਰੀਕੇ ਕਰੋਨਾ ਹਮੇਸ਼ਾ ਤੋਂ ਹੋਈ ਸੀ ਤੇ ਹਰ ਇੱਕ ਨੂੰ ਖੰਘ ਜ਼ੁਕਾਮ ਕਰ ਚੁੱਕੀ, ਢਾ ਚੁੱਕੀ ਹੈ। ਜਿਹੜੀ ਹੁਣ ਅਸਲ 'ਚ ਕਿਉਂ ਆਈ ਹੈ, ਜਿਹੜੀਆਂ ਵਾਇਰਸਿਸ ਨੇ, ਜਿਵੇਂ ਫਲੂ ਵਾਇਰਸ ਵੀ ਸੀ, ਹਰ ਸਾਲ ਕਿਉਂ ਨਵਾਂ ਉਹਦੇ ਲਈ ਟੀਕਾ ਬਣਦਾ ਜੇ? ਕਿਉਂਕਿ ਇਹ ਵਾਇਰਸਿਸ ਦੀ ਖਾਸੀਅਤ ਹੈ ਕਿ ਇਹਨਾਂ ਦੀ ਯਾਨੀ ਇੱਕ ਇੰਨਾ ਬਰੀਕ ਮਹੀਨ ਕੀਟਾਣੂ ਜਿਹੜਾ ਦਿਸਦਾ ਵੀ ਨਹੀਂ ਅੱਖਾਂ ਨਾਲ, ਤੇ ਉਹਦਾ ਅੰਦਰਲਾ RNA ਆਪਣੇ ਮੁਤਾਬਕ ਜਦੋਂ ਉਹਨੂੰ ਲੱਗਦਾ ਵੀ ਖਤਮ ਹੋਣ ਤੋਂ ਬਚਣ ਲਈ ਉਹ ਆਪਣੇ ਅੰਦਰਲਾ ਜਿਨੋਮ ਬਦਲ ਲੈਂਦਾ, ਯਾਨੀ ਇੱਕ ਤਰੀਕੇ ਰੂਪ ਨਵਾਂ ਧਾਰਨ ਕਰ ਲੈਂਦਾ ਹਰ ਵਰੇ, ਤਾਂ ਕਿ ਮੈਂ ਆਪਣੇ ਆਪ ਨੂੰ ਜਿਉਂਦਾ ਰੱਖ ਸਕਾਂ। ਅੱਛਾ। ਤਾਂ
ਇਸ ਵਾਰ ਜੋ ਦੋ ਥਿਊਰੀਆਂ ਜੋ ਚੱਲ ਰਹੀਆਂ ਨੇ, ਪਹਿਲੀ ਤਾਂ ਜੋ ਲੈਬੋਰੇਟਰੀ 'ਚ ਸਾਬਤ ਹੋਈ ਉਹ ਇਹ ਸੀ ਕਿ ਜਿਉਂਦਾ ਬੈਟ ਕਿਸੇ ਨੇ ਖਾਇਆ, ਉੱਥੇ ਚਮਗਾਦੜ ਜਿਉਂਦਾ ਖਾਦਾ ਜਿਹਨੂੰ ਪਹਿਲਾ ਕੇਸ ਜੋ ਵੁਹਾਨ ਦੇ ਵਿੱਚੋਂ ਸਾਹਮਣੇ ਆਇਆ ਸੀ। ਤਾਂ ਇਸ ਵੇਲੇ ਦੀ ਜੋ ਕਰੋਨਾ, ਜਿਸ ਨੂੰ ਕਿ ਅਸੀਂ ਕੋਵਿਡ ਦੇ ਨਾਮ ਨਾਲ ਜ਼ਿਆਦਾ ਜਾਣਦੇ ਹਾਂ, ਇਹਦੇ ਅੰਦਰਲੇ ਅੰਸ਼ ਜੋ 88% ਸਨ ਉਹ ਬੈਟ ਦੇ ਨਾਲ ਰਲਵੇਂ ਮਿਲਵੇਂ ਲੱਭੇ। ਯਾਨੀ ਉਹਦੇ ਚ ਚਮਗਾਦੜ ਦਾ ਜਿਨੋਮ ਸੀ 88% ਜੀ, ਜਿਹੜਾ ਅੱਗੋਂ ਉਸ ਬੰਦੇ ਦੇ ਨਾਲ ਰਲ ਕੇ, ਜੋ ਕਿ ਜਿਸ ਬੰਦੇ 'ਚ ਵੜਿਆ ਸੀ, ਉਹਨੇ ਇੱਕ ਆਪਣਾ ਵੱਖ ਰੂਪ ਧਾਰਨ ਕਰਕੇ ਇਸ ਤਰੀਕੇ ਦੀ ਬਿਮਾਰੀ ਦਿੱਤੀ ਜਿਸ ਨਾਲ ਉਹ, ਕਿਉਂਕਿ ਮਨੁੱਖੀ ਸਰੀਰ ਉਹਨੂੰ ਅਜੇ ਚੱਲਣ ਜੋਗਾ ਹੈ ਨਹੀਂ ਸੀ, ਇੱਕ ਵੱਖ ਕਿਸਮ ਸਾਹਮਣੇ ਆਈ ਸੀ, ਉਹ ਵੀ ਪਹਿਲੀ ਵਾਰ ਕਿਉਂਕਿ ਆਈ ਸੀ, ਤਾਂ ਇਹਨੇ ਇੱਕਦਮ ਜੱਫਾ ਮਾਰਿਆ ਤੇ ਢੇਰ ਸਾਰੇ ਬੰਦਿਆਂ ਨੂੰ ਫੜ ਲਿਆ ਤੇ ਸਾਨੂੰ ਰੋਕਣਾ ਆਇਆ ਹੀ ਨਹੀਂ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਕੀ ਬਿਮਾਰੀ ਹੈ ਜੀ। ਦੂਜੀ ਥਿਊਰੀ ਜੋ ਬੜੀ ਖੁੱਲ ਕੇ ਸਾਹਮਣੇ ਆ ਰਹੀ ਜੇ ਕਿ ਕਿਉਂਕਿ ਬਾਇਓਲੋਜੀਕਲ ਵਾਰਫੇਅਰਸ ਹਮੇਸ਼ਾ ਹੁੰਦੀਆਂ ਰਹੀਆਂ, ਬਿਲਕੁਲ ਬਿਲਕੁਲ, ਜਿੱਥੇ ਤੇਜ਼ਾਬ ਵੀ ਸੁੱਟਿਆ ਗਿਆ, ਯਾਨੀ ਬਹੁਤ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਜੀ। ਇੱਕ ਥਿਊਰੀ ਇਹ ਵੀ ਚੱਲ ਰਹੀ ਸੀ ਕਿ ਜੋ ਕਿ ਹੁਣ ਸਾਹਮਣੇ ਆ ਜਾਏਗੀ, ਕਿਉਂਕਿ ਖੋਜਾਂ ਬਹੁਤ ਸਾਰੇ ਮੁਲਕਾਂ 'ਚ ਇਸ ਵੇਲੇ ਦੇ ਉੱਤੇ ਚੱਲ ਰਹੀਆਂ ਨੇ ਕਿ ਇਹ ਆਪ ਬਣਾਈ ਗਈ ਇੱਕ ਵਾਇਰਸ ਸੀ, ਜਿਹਦੇ ਵਿੱਚ ਇੱਕ ਵਾਇਰਸ ਨੂੰ ਲੈ ਕੇ ਤੇ ਕਈ ਹੋਰ ਉਹਦੇ ਜੋ ਜਿਵੇਂ 400 ਕਿਸਮਾਂ ਨੇ, ਤਾਂ ਕਈ ਹੋਰ ਵਾਇਰਸਿਸ ਨੂੰ ਇਹਦੇ ਨਾਲ ਜੋੜ ਕੇ ਇੱਕ ਵੱਖ ਵਾਇਰਸ ਤਿਆਰ ਕਰਨ ਦੀ ਕੋਸ਼ਿਸ਼ ਵਿੱਚ ਸਨ, ਜਿਹਨੂੰ ਅਜੇ ਬੰਦੇ ਨੂੰ ਪਤਾ ਹੀ ਨਹੀਂ ਸੀ ਇਹਦੇ ਵਿੱਚ ਕੀ ਹੈ, ਤੇ ਉਹ ਜਦੋਂ ਬਿਮਾਰੀ ਕਰੇਗੀ ਤਾਂ ਉਹ ਕਿਸ ਤਰੀਕੇ ਸ਼ਹਿਰ ਖਤਮ ਕਰ ਸਕੇਗੀ, ਉਹ ਕੁਝ ਇਸ ਤਰੀਕੇ ਦੀ ਸੋਚ ਨਾਲ ਤਿਆਰ ਕੀਤੀ ਗਈ। ਯਾਨੀ ਇੱਕ ਥਿਊਰੀ ਇਹ ਵੀ ਚੱਲ ਰਹੀ ਹੈ। ਬਿਲਕੁਲ, ਵਾਸ਼ਿੰਗਟਨ ਪੋਸਟ ਤੇ ਡੇਲੀ ਮੇਲ ਨੇ ਵੀ ਇਹ ਲਿਖਿਆ ਕਿ ਚੀਨ ਦੇ ਜਿਹੜੇ ਜੀਵਾਣੂ ਹਮਲੇ ਦੀ ਕੋਈ ਬਿਲਕੁਲ, ਉਹ ਕਿਉਂਕਿ ਉੱਥੇ ਇਹ ਪੱਕੀ ਗੱਲ ਹੈ ਕਿ ਉੱਥੇ ਵਾਇਰਲ ਲੈਬੋਰੇਟਰੀਜ਼ ਨੇ ਜਿਨ੍ਹਾਂ ਵਿੱਚ ਲਗਾਤਾਰ ਖੋਜ ਚੱਲ ਰਹੀ ਹੈ, ਤੇ ਇਹ ਵਾਇਰਸਿਸ ਉੱਥੇ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਨੇ, ਤੇ ਇਹ ਖੋਜਾਂ ਚਲਦੀਆਂ ਦੇ ਅਧੀਨ ਕਿਤੇ ਜਾਣ ਬੁੱਝ ਕੇ ਕੀਤਾ ਗਿਆ ਜਾਂ ਬਾਈ ਚਾਂਸ ਜਿਵੇਂ ਵਾਇਰਸਿਸ ਰੱਖੀਆਂ ਨੇ ਆਪਸ 'ਚ ਜੁੜ ਕੇ ਇਹ ਕੀਤਾ, ਇਸ ਬਾਰੇ ਸਾਨੂੰ ਅੱਜ ਦੇ ਦਿਨ ਅਜੇ ਸਪਸ਼ਟ ਨਹੀਂ ਹੈ। ਪਰ ਇੱਕ ਵੱਡਾ ਨੁਕਤਾ ਦੱਸਣਾ ਚਾਹੁੰਦੀ ਹਾਂ ਕਿ ਕਿਉਂਕਿ ਨਵੀਆਂ ਚੀਜ਼ਾਂ ਰੋਜ਼ ਇਹਦੇ ਬਾਰੇ ਸਾਹਮਣੇ ਆ ਰਹੀਆਂ ਨੇ, ਇੱਕ ਚੀਜ਼ ਸਪਸ਼ਟ ਹੋ ਚੁੱਕੀ ਦੁਨੀਆ ਭਰ ਵਿੱਚ ਕਿ ਜਿਹੜੀਆਂ HIV ਜਾਂ ਏਡਜ਼ ਲਈ ਦਵਾਈਆਂ ਵਰਤੀਆਂ ਜਾਂਦੀਆਂ ਸਨ, ਉਹ ਇਸ ਕਰੋਨਾ ਵਾਇਰਸ ਤੇ ਅਸਰਦਾਰ ਨੇ। ਅੱਛਾ, ਹੁਣ ਇਹਦੇ ਅੱਗੇ ਕਿਆਸ ਕੀ ਲਾਇਆ ਗਿਆ, ਕਿਉਂਕਿ ਉਹੀ ਸਾਡਾ ਇਲਾਜ ਜਿਹੜਾ ਸਾਰੀ ਦੁਨੀਆ ਵਿੱਚ ਠੀਕ ਕਰ ਰਿਹਾ ਜੋ ਇਹ ਵੇਲੇ ਮਰੀਜ਼ਾਂ ਨੂੰ, ਤਾਂ ਉਹ ਸੀ ਕਿ ਇਹ ਐਂਟੀ ਰੈਟਰੋਵਾਇਰਲ ਡਰੱਗਸ, ਜਿਨ੍ਹਾਂ ਨੂੰ ਅਸੀਂ ਕਹਿ ਰਹੇ ਹਾਂ ਵੀ ਏਡਜ਼ ਦੇ ਲਈ ਵਰਤੀਆਂ ਜਾਂਦੀਆਂ ਦਵਾਈਆਂ, ਇਹਦੇ ਤੇ ਬਖੂਬੀ ਅਸਰ ਕਰ ਰਹੀਆਂ ਨੇ। ਹੁਣ ਖਿਆਲ ਕਰਿਓ, ਜਿਸ ਥਿਊਰੀ ਤੇ ਇਸ ਵੇਲੇ ਕੰਮ ਚੱਲ ਰਿਹਾ ਉਹ ਇਹ ਹੈ ਕਿ ਉਹ ਵਾਇਰਸ ਜਿਹਨੇ ਹੁਣ ਆਪਣਾ ਰੂਪ ਬਦਲਿਆ, ਜਿਹਦੇ ਵਿੱਚ ਬੈਟਸ ਦਾ ਕੁਝ ਹਿੱਸਾ ਸੀ, ਜਿਸ ਦੇ ਵਿੱਚ ਹੁਣ ਕਿਉਂਕਿ ਉਹ ਪੰਛੀਆਂ ਤੋਂ ਇੱਧਰ ਨੂੰ ਤੁਰਿਆ ਸ਼ੁਰੂ ਹੋਇਆ ਤੇ ਜਿਸ ਤੇ ਅਸਰ ਕਰ ਰਿਹਾ HIV ਦੀਆਂ ਡਰੱਗਸ। ਸਮਝਣ ਦੀ ਕੋਸ਼ਿਸ਼ ਕਰੋ, ਅਜੇ ਦੁਨੀਆ ਸਮਝਣ ਦੀ ਖੋਜੀ ਕੋਸ਼ਿਸ਼ ਕਰ ਰਹੇ ਨੇ। ਮੈਂ ਡਰਾਉਣ ਦੀ ਕੋਸ਼ਿਸ਼ ਨਹੀਂ ਬਿਲਕੁਲ ਵੀ ਕਰਨਾ ਚਾਹੁੰਦੀ, ਕਿਉਂਕਿ ਆਪਾਂ ਬਾਅਦ ਚ ਗੱਲ ਕਰਾਂਗੇ ਕਿ ਇਸ ਤੋਂ ਡਰਨ ਦੀ ਅਜੇ ਲੋੜ ਕਿਉਂ ਨਹੀਂ ਹੈ ਜੀ। ਪਰ ਜਿਹੜਾ ਨੁਕਤਾ ਇਸ ਵੇਲੇ ਲੇਟੈਸਟ ਚੱਲ ਰਿਹਾ ਉਹ ਇਹ ਹੈ ਕਿ ਇਹਦੇ ਅੰਦਰ ਜੋ ਟੈਸਟ ਕੀਤਾ ਗਿਆ, ਕੁਝ ਅੰਸ਼ HIV ਵਾਇਰਸ ਨਾਲ ਰਲਦੇ ਮਿਲਦੇ ਲੱਭੇ ਨੇ ਜੀ। ਇਹਦਾ ਕੀ ਮਤਲਬ? ਉਹ ਮੈਂ ਸਮਝਾਉਣਾ ਚਾਹਨੀ ਆ ਕਿ ਕਿਸੇ HIV ਦੇ ਨਾਲ ਪੀੜਤ ਮਰੀਜ਼ ਦੇ ਵਿੱਚ ਵੜੀ ਤੇ ਉੱਥੋਂ ਇਹਨੇ ਆਪਣਾ ਇਹ ਰੂਪ ਅਪਣਾਇਆ। ਸੋ ਇਹ ਕੀ ਅੱਗੋਂ ਲੰਮੇ ਸਮੇਂ ਤੱਕ ਟਿਕਣ ਵਾਲੀ ਹੈ, ਸਰੀਰ 'ਚ ਕੋਈ ਨੁਕਸਾਨ ਕਰਨ ਵਾਲੀ ਹੈ, ਜਾਂ ਇਹ ਖਤਮ ਹੋ ਜਾਣ ਵਾਲੀ ਹੈ, ਅੱਜ ਦੇ ਦਿਨ ਅਜੇ ਖੋਜ ਜਾਰੀ ਹੈ ਜੀ। ਜੇ ਮੈਂ ਸਿਰਫ ਜੇ ਕਹਿ ਰਹੀ ਹਾਂ, ਮੈਂ ਫਿਰ ਕਹਿ ਰਹੀ ਹਾਂ, ਆਪਾਂ ਡਰਾਉਣਾ ਕਿਸੇ ਨੂੰ ਨਹੀਂ। ਬਿਲਕੁਲ, ਜੇ ਇਹਦੇ ਵਿੱਚ ਯਾਨੀ HIV ਦੇ ਅੰਸ਼ ਬਚਦੇ ਨੇ ਜਾਂ ਲੰਮੇ ਸਮੇਂ ਤੱਕ ਕੋਈ ਸੁਲਗਦੀ ਅੱਗ ਵਾਂਗ ਸਰੀਰ ਅੰਦਰ ਅਸਰ ਛੱਡ ਜਾਂਦੇ ਨੇ, ਅਸਲ ਤਬਾਹੀ ਫਿਰ ਉਦੋਂ ਸ਼ੁਰੂ ਹੋਣੀ ਹੈ। ਹੁਣ ਵੀ ਹੋ ਰਹੀ ਹੈ ਤੇ ਅਸਲ ਉਦੋਂ ਹੋਣੀ ਹੈ, ਤਾਂ ਫਿਰ ਬਹੁਤ ਭਿਆਨਕ ਹੋਏਗੀ। ਮਤਲਬ ਇਹ ਸਮਝ ਲਓ ਕਿ ਕਿਸ ਕਾਰਨ ਸਾਰੀ ਦੁਨੀਆ ਤਰਥੱਲੀ ਮਚੀ ਹੈ ਕਿ ਇਸ ਤੋਂ ਪਰਹੇਜ਼ ਕਰ ਲਓ, ਕਿਉਂਕਿ ਅੱਜ ਦੇ ਦਿਨ ਸਾਨੂੰ ਪਤਾ ਹੈ ਇਹ ਵਾਇਰਸ ਸਰੀਰ 'ਚ ਵੜਦੀ ਹੈ, ਜਿਨ੍ਹਾਂ 'ਚ 35% ਨੂੰ ਕੁਝ ਵੀ ਨਹੀਂ ਹੋ ਰਿਹਾ।
ਯਾਨੀ ਉਹਨੂੰ ਖੰਘ ਜ਼ੁਕਾਮ ਵੀ ਨਹੀਂ, ਵਾਇਰਸ ਆਪਣੇ ਅੰਦਰ ਗਈ, ਬੰਦੇ ਦੀ ਇਮਿਊਨਿਟੀ ਤਗੜੀ ਸੀ, ਬਾਹਰ ਨਿਕਲ ਗਈ, ਕੁਝ ਹੋਇਆ ਹੀ ਨਹੀਂ ਉਹਨੂੰ, ਕੁਝ ਹੋਇਆ ਹੀ ਨਹੀਂ, ਮਤਲਬ ਹਾਲੇ ਸਮਝ ਹੀ ਨਹੀਂ ਪਾ ਰਹੇ ਹੈਗੇ ਉਹ ਕੈਰੀ ਨਹੀਂ, ਬੰਦੇ ਨੂੰ ਖੰਘ ਵੀ ਨਹੀਂ ਹੁੰਦੀ, ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਨੂੰ ਇਹ ਬਿਮਾਰੀ ਹੈ ਵੀ। ਜੀ ਸੋ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਖੰਘ ਜ਼ੁਕਾਮ ਵੀ ਨਹੀਂ, ਤੁਹਾਨੂੰ ਪਤਾ ਹੀ ਨਹੀਂ ਵੀ ਇਹ ਕੈਰੀਅਰ ਹੈ, ਕਿ ਤੁਸੀਂ ਉਸ ਤੋਂ ਬਿਮਾਰੀ ਲੈ ਸਕਦੇ ਹੋ ਪਰ ਉਹਨੂੰ ਹੋਈ ਨਹੀਂ ਜੀ। ਇਸੇ ਕਰਕੇ ਸਿਰਫ ਸਾਰੀ ਦੁਨੀਆ ਵਿੱਚ ਇਹ ਰੌਲਾ ਪਾਇਆ ਜਾ ਰਿਹਾ ਹੈ ਕਿ ਜਦ ਤੱਕ ਇਸ ਵਾਇਰਸ ਨੂੰ ਸਮਝੀਏ ਭਈ ਤੁਸੀਂ ਬਚ ਜਾਓ ਪਰ ਇਹ ਨਹੀਂ ਕਿ ਤੁਹਾਡੀ ਮੌਤ ਯਕੀਨੀ ਹੈ, ਪਰ ਤੁਸੀਂ ਆਪ ਕੈਰੀਅਰ ਬਣ ਕੇ ਕਿਸੇ ਅਜਿਹੇ ਬੰਦੇ ਕੋਲ ਜੋ ਤੁਹਾਡੇ ਹੀ ਆਪਣੇ ਘਰ ਵਿੱਚ ਤੁਹਾਡਾ ਨਿੱਕਾ ਬਾਲ, ਤੁਹਾਡੇ ਬਜ਼ੁਰਗ ਮਾਂ ਪਿਓ ਜਾਂ ਕੋਈ ਜਿਸ ਨੂੰ ਡਾਇਬਟੀਜ਼ ਹੈ, ਹਾਈਪਰਟੈਂਸ਼ਨ ਹੈ, ਕਿਡਨੀ ਡਿਜ਼ੀਜ਼ ਹੈ, ਲਿਵਰ ਡਿਜ਼ੀਜ਼ ਹੈ ਜਾਂ ਹਾਰਟ ਦੀਆਂ ਕੋਈ ਪ੍ਰੋਬਲਮਸ ਨੇ ਜੀ, ਉਹਨਾਂ ਤੇ ਅਟੈਕ ਕਰਕੇ, ਜਾਂ ਜਿਨ੍ਹਾਂ ਨੂੰ ਇਮਿਊਨਿਟੀ ਡਾਊਨ ਹੋਈ ਹੈ, ਉਹਨਾਂ ਤੇ ਇਹ ਜਦੋਂ ਅਟੈਕ ਕਰਦੀ ਹੈ ਵਾਇਰਸ, ਤਾਂ ਫਿਰ ਉਹਨਾਂ ਨੂੰ ਨਿਮੋਨੀਆ ਕਰ ਦਿੰਦੀ ਹੈ ਜੀ, ਉਹਨਾਂ ਨੂੰ ਯਾਨੀ ਇਸ ਸੈਪਟਿਕ ਸ਼ੌਕ ਤੇ ਹੋਰ ਬਥੇਰਾ ਕੁਝ ਕਰਦੇ ਕਰਾਉਂਦੇ, ਜਿਸ ਨੂੰ ਅਸੀਂ ਵੈਂਟੀਲੇਟਰ ਤੱਕ ਪਾਣਾ ਪੈਂਦਾ, ਉਹਦੇ ਫੇਫੜੇ ਕੰਮ ਕਰਨੋਂ ਛੱਡ ਜਾਂਦੇ ਨੇ, ਯਾਨੀ ਉਸ ਹੱਦ ਤੱਕ ਨਾ ਜਾਵੇ ਬਿਮਾਰੀ। ਜਦ ਕਿ ਮੈਂ ਬਾਕੀਆਂ ਲਈ ਦੱਸ ਰਹੀ ਹਾਂ ਕਿ ਆਮ ਨਾਰਮਲ ਬੰਦੇ ਨੂੰ ਇਹ ਕੁਝ ਵੀ ਨੁਕਸਾਨ ਨਹੀਂ ਕਰਦੀ ਜੀ। ਬਿਮਾਰੀ ਖੰਘ ਜ਼ੁਕਾਮ ਹੋਈ ਵੀ ਤਾਂ ਤੁਸੀਂ ਆਪਣੇ ਆਪ ਠੀਕ ਹੋ ਜਾਂਦੇ ਹੋ, ਦਵਾਈਆਂ ਦੀ ਵੀ ਬਹੁਤੀ ਵਾਰ ਲੋੜ ਨਹੀਂ ਪੈਂਦੀ। ਸੋ ਇਸ ਕਰਕੇ ਆਮ ਖੰਘ ਜ਼ੁਕਾਮ ਦੀ ਹੀ ਵਾਇਰਸ ਹੈ। ਪਰ ਹਰਸ਼ਰਨ ਖਿਆਲ ਕਰੋ ਜ਼ਰਾ, ਇੱਕ ਕਮਾਲ ਦੀ ਚੀਜ਼ ਦੱਸਣਾ ਚਾਹਨੀ ਹਾਂ। ਆਪਾਂ ਇਨਸਾਨ ਅਜਿਹੇ ਆ ਜਿਹੜੇ ਸੋਚਦੇ ਆ ਅਸੀਂ ਚੰਨ ਤੇ ਪਹੁੰਚ ਗਏ, ਮਾਰਸ ਤੇ ਪਹੁੰਚ ਗਏ, ਜਨਮ ਆਪਣੇ ਹੱਥ 'ਚ ਲੈ ਲਿਆ ਤੇ ਮੌਤ ਤੇ ਫਤਿਹ ਪਾਉਣ ਦੀ ਗੱਲ ਕਰ ਰਹੇ ਆ। ਬਿਲਕੁਲ ਕੁਦਰਤ ਨੇ ਕੀ ਦਿਖਾਇਆ ਕਿ ਇੱਕ ਇੰਨਾ ਬਰੀਕ ਕੀਟਾਣੂ ਜਿਹਨੂੰ ਵੇਖ ਵੀ ਨਹੀਂ ਸਕਦੇ, ਪੂਰੀ ਦੁਨੀਆ ਨੂੰ ਸਕਿੰਟਾਂ ਦੇ ਵਿੱਚ ਕਿਸ ਤਰੀਕੇ ਘਰਾਂ 'ਚ ਤਾੜ ਕੇ ਖਤਮ ਕਰ ਸਕਦਾ ਜੇ ਸਭ ਤੁਰਨਾ ਫਿਰਨਾ। ਇੱਕ ਅਜਿਹੀ ਤਾਕਤ ਵਿਖਾਈ ਕਿ ਉਹ ਬੰਦਿਆ ਤੂੰ ਹੈ ਕੀ ਹੈ। ਬਿਲਕੁਲ ਤੂੰ ਹੈ ਕੀ ਹੈ। ਬਿਲਕੁਲ, ਇਹ ਬਹੁਤ ਬੜੀ ਕਮਾਲ ਦੀ ਚੀਜ਼ ਹੈ। ਉਹੀ ਹੈ ਕਿ ਕਹਿੰਦੇ ਜਦੋਂ ਦੁਨੀਆ ਦਾ ਅੰਤ ਹੋਣਾ ਹੁੰਦਾ ਨਾ, ਤੇ ਫਿਰ ਇਹ ਚੀਜ਼ਾਂ ਵਾਪਰਦੀਆਂ ਨੇ ਤੇ ਮੌਤ ਸਾਹਮਣੇ ਜੋ ਦਿਖਦੀ ਹੈ ਤੇ ਬੰਦਾ ਸਭ ਕੁਝ ਕਰਦਾ। ਅੱਜ ਦੁਨੀਆ ਸੁੰਨੀ ਪਈ ਹੈ, ਜਿਹੜੇ 100 ਸਾਲ ਦੇ ਬੁੱਢੇ ਵੀ ਕਹਿ ਰਹੇ ਨੇ ਕਿ ਅਸੀਂ ਅੱਜ ਤੱਕ ਇਹ ਬਾਜ਼ਾਰ ਖਾਲੀ ਨਹੀਂ ਸੀ ਦੇਖੇ ਜਿਹੜੇ ਹੁਣ ਕਰਤੇ ਕਰੋਨਾ ਵਾਇਰਸ ਨੇ। ਸੋ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ 2 ਥਿਊਰੀਜ਼ ਦੱਸੀਆਂ ਨੇ, ਜਿਹੜੀ ਪਹਿਲੀ ਥਿਊਰੀ ਹੈ ਕਿ ਇਹ ਜਿਹੜਾ ਬੈਟ ਤੋਂ ਹੋਇਆ, ਸੋ ਇਹਦਾ ਇਲਾਜ ਲੱਭਣ ਨੂੰ ਕਿੰਨਾ ਕੁ ਟਾਈਮ ਹੈ ਜਿਹੜਾ ਲੱਗਣਾ, ਜਦੋਂ ਕਿ ਸਾਇੰਸ ਦਾ ਯੁੱਗ ਹੈ, ਲੋਕ ਦੇਸ਼ ਦਾਅਵੇ ਕਰਦੇ ਨੇ ਕਿ ਸਾਡੇ ਕੋਲ ਸਾਇੰਸ ਦੀ ਜਿਹੜੀ ਪਾਵਰ ਹੈ ਉਹ ਬਹੁਤ ਹੈ। ਦੂਸਰਾ ਜਿਹੜਾ ਹੈ ਕਿ ਜੇ ਇਹ ਬਣਾਇਆ ਗਿਆ, ਇੰਟੈਂਸ਼ਨਲੀ ਬਣਾਇਆ ਗਿਆ, ਤਾਂ ਜਦੋਂ ਬਣਾਇਆ ਗਿਆ ਨਾਲ ਹੀ ਉਹਦਾ ਇਲਾਜ ਨਹੀਂ ਲੱਭਦੇ, ਫੇਰ ਪ੍ਰੀਖਣ ਨਹੀਂ ਕਰਦੇ? ਨਹੀਂ, ਦਰਅਸਲ ਕਰਦੇ ਕੀ ਨੇ ਕਿ ਜਦੋਂ ਤੁਸੀਂ ਤਬਾਹੀ ਮਚਾਉਣ ਲਈ, ਫੋਰ ਐਗਜ਼ਾਮਪਲ ਜਿਵੇਂ ਹਿਰੋਸ਼ਿਮਾ ਤੇ ਡੇਗਿਆ ਗਿਆ, ਐਟਮ ਬੰਬ ਬਣਾਇਆ ਗਿਆ, ਤਾਂ ਉਹਨੂੰ ਰੋਕਣ ਲਈ ਦਿਮਾਗ ਉਦੋਂ ਕੰਮ ਨਹੀਂ ਕਰਦਾ, ਕਿਉਂਕਿ ਦਿਮਾਗ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਤਬਾਹੀ ਮਚਾਉਣ ਤੇ। ਤਾਂ ਇਹ ਚੀਜ਼ਾਂ ਉਦੋਂ ਖਿਆਲ ਵਿੱਚ ਨਹੀਂ ਆਉਂਦੀਆਂ। ਤੇ ਕਿਉਂਕਿ ਇਹ ਵਾਇਰਸ ਪਹਿਲੀ ਵਾਰ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹਦੇ ਵਿੱਚ ਟੈਸਟ ਵਿੱਚ ਹੀ ਜਿਸ 'ਚ 88% ਹੈ ਹੀ ਉਹ ਇੱਕ ਚਮਗਾਦੜ ਦਾ, ਯਾਨੀ ਉਹ ਲੈ ਕੇ ਜਿਨੋਮ ਸ਼ੁਰੂ ਹੋਇਆ, ਜਿਹੜਾ ਕਿ ਉਸ ਤੋਂ ਪਹਿਲਾਂ ਦੁਨੀਆ ਵਿੱਚ ਸੀ ਨਹੀਂ। ਬਿਲਕੁਲ ਉਂਝ ਤੁਸੀਂ ਥੋੜਾ ਜਿਹਾ ਚੇਤੇ ਕਰਿਓ, ਪਹਿਲਾਂ ਸਮੇਂ ਵਿੱਚ ਜਦੋਂ ਪਲੇਗ ਹੁੰਦਾ ਸੀ, ਕਿਵੇਂ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸਨ। ਬਿਲਕੁਲ ਇਸੇ ਤਰ੍ਹਾਂ ਜਦੋਂ ਸਮੌਲ ਪੌਕਸ ਹੋਈ, ਮਲੇਰੀਆ ਨਾਲ, ਖਿਆਲ ਕਰਿਓ ਜਿਹਦਾ ਅਸੀਂ ਚੇਤੇ ਵੀ ਨਹੀਂ ਰੱਖ ਰਹੇ, ਮੌਤਾਂ ਮਲੇਰੀਆ ਨਾਲ ਵੱਧ ਹੋ ਰਹੀਆਂ ਜੇ, ਸੜਕ ਹਾਦਸਿਆਂ 'ਚ ਵੱਧ ਹੋ ਰਹੀਆਂ ਜੇ, ਹਾਰਟ ਅਟੈਕਸ ਨਾਲ ਹੋ ਰਹੀਆਂ ਜੇ, ਡਾਇਬਟੀਜ਼ ਖਾਂਦੀ ਜਾ ਰਹੀ ਹੈ। ਇੰਨੇ ਸਾਰੇ ਰੋਗ ਨੇ ਜਿਹੜੇ ਸਾਨੂੰ ਇਸ ਵੇਲੇ ਮੌਤ ਦੇ ਮੂੰਹ ਵੱਲ ਲਿਜਾ ਰਹੇ ਨੇ। ਤੇ ਇੱਕ ਕਰੋਨਾ ਜਿਹਨੇ ਰੌਲਾ ਪਾਇਆ ਹੋਇਆ, ਇਹਦੀ ਮੌਤ ਦਰ ਸਭ ਤੋਂ ਘੱਟ ਜੇ। ਕਿੰਨੇ ਫੀਸਦ ਹੈ? ਸਿਰਫ 3.5%। ਜਦੋਂ ਸਾਰਸ ਆਇਆ ਸੀ 2003 ਵਿੱਚ, 10% ਮੌਤਾਂ ਹੋਈਆਂ ਸੀ। ਫਿਰ ਮਰਸ ਆਇਆ ਸੀਗਾ 2007 ਵਿੱਚ, ਉਦੋਂ ਇਹ 2003 ਵਿੱਚ ਸੀ ਸਾਰਸ, 2007 ਵਿੱਚ ਮਰਸ ਆਇਆ ਸੀ, ਉਹਦੇ ਨਾਲ 30% ਮੌਤਾਂ ਹੋ ਗਈਆਂ ਸੀ। ਠੀਕ ਹੈ। ਇਹਦੇ ਨਾਲ ਮੌਤ ਦਰ ਸਿਰਫ 3.5% ਹੈ, ਬਹੁਤ ਥੋੜੀ ਗੱਲ ਹੈ। ਸੋ ਇਹ ਨਹੀਂ ਕਿਸੇ ਨੂੰ ਖਿਆਲ ਆ ਰਿਹਾ ਜਾਂ ਇਸ ਪਾਸੇ ਧਿਆਨ ਨਹੀਂ ਕਰ ਰਹੇ। ਇਹ ਪੈਨਿਕ ਸਿਰਫ ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਦੱਸ ਰਿਹਾ ਇਸ ਕਰਕੇ ਕਿ ਸਾਡੇ ਕੋਲ ਅੱਜ WhatsApp ਨੇ,
ਅੱਜ ਟਵਿੱਟਰ ਨੇ, ਅੱਜ ਇੰਟਰਨੈਟ ਦਾ ਜ਼ਮਾਨਾ ਜੇ। ਸੋ ਸੋਸ਼ਲ ਮੀਡੀਆ ਰਾਹੀਂ ਜਿੰਨਾ ਕੁ ਭੈ ਤੇ ਡਰ ਫੈਲਾਇਆ ਜਾ ਰਿਹਾ, ਖਾਸ ਕਰ ਮਾਸਕ ਬਣਾਉਣ ਵਾਲੀਆਂ ਕੰਪਨੀਆਂ, ਸੈਨੀਟਾਈਜ਼ਰ ਵਾਲੀਆਂ ਕੰਪਨੀਆਂ, ਜਿਨ੍ਹਾਂ ਨੇ ਟਾਇਲਟ ਰੋਲਸ ਬਣਾਣੇ ਨੇ, ਉਹਨਾਂ ਨੇ ਬੰਦੇ ਹੀ ਇਸ ਪਾਸੇ ਲਾ ਦਿੱਤੇ ਕਿ ਇੰਨਾ ਕੁ ਭੈ ਫੈਲਾ ਦਿਓ ਕਿ ਉਹ ਖਰਬਾਂ ਦੀ ਕਮਾਈ ਵੱਲ ਨੂੰ ਤੁਰ ਜਾਣ ਤੇ ਲੋਕ ਡਰਦੇ ਮਾਰੇ ਤਰੰਦੇ ਵੀ ਹਾਏ ਮੇਰੀ ਮੌਤ ਨਾ ਹੋ ਜਾਏ, ਜੋ ਕਿ ਸਿਰਫ 3.5% ਹੈ। ਉਸ ਡਰ ਤੋਂ ਲੋਕ ਇੱਕ ਤਾਂ ਇਹ ਚੀਜ਼ਾਂ 3-4 ਗੁਣਾ ਭਾਅ ਤੇ, ਕਈ ਵਾਰ 10-10 ਗੁਣਾ ਭਾਅ ਤੇ ਵੀ ਖਰੀਦ ਰਹੇ ਨੇ ਤੇ ਉਹ ਬਿਲਕੁਲ। ਤੇ ਉਸ ਦੇ ਨਾਲੋਂ ਨਾਲ ਜਿਹੜੀ ਵਿਕਰੀ, ਜ਼ਰਾ ਅੰਦਾਜ਼ਾ ਲਾਓ, HIV ਲਈ ਖਰੀਦੀਆਂ ਜਾ ਰਹੀਆਂ ਦਵਾਈਆਂ ਕਿੰਨੇ ਕੁ ਜਣਿਆਂ ਨੇ ਇਕੱਠੀਆਂ ਕਰਨੀਆਂ ਸੀ, ਤੇ ਅੱਜ ਕਿਉਂ 10 ਗੁਣਾ ਰੇਟ ਤੇ ਲੋਕ ਵੈਸੇ ਹੀ ਇਕੱਠੀਆਂ ਕਰ ਕਰਕੇ ਘਰਾਂ ਦੇ ਵਿੱਚ ਰੱਖਣ ਲੱਗ ਗਏ ਨੇ, ਜਿਨ੍ਹਾਂ ਦੀ ਕਦੇ ਵੀ ਲੋੜ ਨਹੀਂ ਪੈਣੀ। ਆਮ ਖਾਣ ਵਾਲੀਆਂ ਦਵਾਈਆਂ ਵੀ ਨਹੀਂ, ਜਿਨ੍ਹਾਂ ਦੇ ਨਾਲ ਸਗੋਂ ਸਾਈਡ ਇਫੈਕਟਸ ਇੰਨੇ ਨੇ ਕਿ ਤੁਸੀਂ ਸਗੋਂ ਸਾਈਡ ਇਫੈਕਟਸ ਨਾਲ ਭਾਵੇਂ ਮਰ ਜਾਓ, ਉੱਦਾਂ ਨਹੀਂ ਮਰਨਾ। ਪਰ ਇਸ ਪੈਨਿਕ ਨੇ ਹਰ ਖੰਘ ਵਾਲਾ, ਜੋ ਕਿ ਆਮ ਅੱਜ ਕੱਲ ਸੀਜ਼ਨ ਫਲੂ ਹੈ, ਹਰ ਆਮ ਬੰਦੇ ਨੂੰ ਵੀ ਇਹ ਹਾਲ ਤੇ ਲਿਆ ਧਰਿਆ ਕਿ ਕੋਈ ਖੰਘ ਜਾਏ ਤਾਂ ਬੰਦਾ ਉਸ ਗਲੀ ਚੋਂ ਬਾਹਰ ਦੌੜਨ ਨੂੰ ਫਿਰਦਾ। ਸੋ ਡਾਕਟਰ ਸਾਹਿਬ, ਇਹ ਜਿਹੜਾ ਪੈਨਿਕ ਹੁੰਦਾ ਹੈ, ਇਹ ਵੱਡੀ ਬਿਮਾਰੀ ਹੈ ਕਿ ਜਿਹੜਾ ਕਰੋਨਾ ਵਾਇਰਸ ਇਸ ਟਾਈਮ ਇਹ ਵੱਡੀ, ਕਿਹਦੇ ਨਾਲ ਮੌਤ? ਜੀ ਬਿਲਕੁਲ, ਮੌਤ ਜ਼ਿਆਦਾ ਪੈਨਿਕ ਨਾਲ ਹੁੰਦੀ ਜੇ ਹਮੇਸ਼ਾ। ਤੁਸੀਂ ਸੱਪ ਵੇਖ ਕੇ ਜ਼ਿਆਦਾ ਮੌਤਾਂ ਹੋ ਜਾਂਦੀਆਂ, ਲੜੇ ਕਿ ਨਾ ਲੜੇ, ਜਦ ਕਿ 80% ਜੋ ਸਾਡੇ ਸੱਪ ਨੇ ਜ਼ਹਿਰੀਲੇ ਹੀ ਨਹੀਂ, ਪਰ ਸੱਪ ਲੜਿਆ ਤੇ ਅਸੀਂ ਪਹਿਲਾਂ ਹੀ ਮਰ ਜਾਂਦੇ ਹਾਂ ਹਾਰਟ ਅਟੈਕ ਨਾਲ, ਵੀ ਉਹਦੇ ਨਾਲ ਕੁਝ ਹੋਵੇ ਜਾਂ ਨਾ ਹੋਵੇ। ਬਿਲਕੁਲ ਇਹੋ ਕੁਝ ਹੁਣ ਹੋ ਰਿਹਾ ਜੇ ਕਿ ਲੋਕ ਡਰ ਜ਼ਿਆਦਾ ਗਏ ਨੇ ਤੇ ਡਰ ਦਾ ਬਿਜ਼ਨਸ ਬੜਾ ਕਮਾਲ ਦਾ ਤੁਰਦਾ ਜੇ ਗੁਰਦੁਆਰਿਆਂ, ਮੰਦਰਾਂ 'ਚ, ਜਾਂ ਤੁਸੀਂ ਮਸੀਤਾਂ ਵਿੱਚ, ਜਾਂ ਕਿਤੇ ਵੀ, ਜਾਂ ਤੁਸੀਂ ਕ੍ਰਾਈਸਟ ਦੇ ਨਾਂ ਥੱਲੇ ਡਰ ਜਾਂ ਭੈ ਫੈਲਾ ਦਿਓਗੇ ਨਾ ਤਾਂ ਦੁਨੀਆ ਮੱਥੇ ਰਗੜਦੀ, ਪੈਸੇ ਟੇਕਦੀ ਉਸ ਭੈ ਦੇ ਬਿਜ਼ਨਸ ਅਧੀਨ। ਬਹੁਤ ਖੂਬਸੂਰਤ, ਖਿਮਾ ਕਰਿਓ ਮੈਂ ਸ਼ਬਦ ਬਹੁਤ ਮਾੜਾ ਵਰਤ ਰਹੀ ਹਾਂ, ਪਰ ਗੁਰੂ ਸਾਹਿਬ ਨੇ ਵੀ ਇਹੋ ਸ਼ਬਦ ਵਰਤਿਆ ਸੀ। ਮੈਂ ਇਸੇ ਲਈ ਕਹਿ ਰਹੀ ਹਾਂ, ਇਹ ਮਾੜੇ ਕੰਮ ਨੇ ਤੇ ਇਹ ਧੰਦਾ ਮਾੜਾ ਹੈ ਜਿਹਨੂੰ ਅਸੀਂ ਬਣਾ ਛੱਡਿਆ। ਕਿ ਗੁਰੂ ਸਾਹਿਬ ਦੀ ਸੋਚ ਅਪਣਾਉਣੀ ਜੀਵਨ ਜਾਂਚ ਸੀ, ਉਹ ਢੰਗ ਸੀ, ਨੂੰ ਅਸੀਂ ਇੱਕ ਇਸ ਪਾਸੇ ਕਿ ਧਾਰਮਿਕ ਅਡੰਬਰਾਂ ਦੇ ਹੇਠਾਂ ਧੰਦਾ ਬਣਾ ਕੇ ਛੱਡਿਆ। ਬਿਲਕੁਲ ਉਸੇ ਤਰ੍ਹਾਂ ਇਹ ਭੈ ਦਾ ਧੰਦਾ ਚੱਲ ਰਿਹਾ ਜੀ। ਜੀ ਬਿਲਕੁਲ ਡਾਕਟਰ ਸਾਹਿਬ। ਸੋ ਡਾਕਟਰ ਸਾਹਿਬ, ਜਿਸ ਤਰ੍ਹਾਂ ਇਹ ਬਿਮਾਰੀ ਦਾ ਜਿਹੜਾ ਇਲਾਜ ਹੈ, ਜੇ ਹੁਣ ਅਮਰੀਕਾ ਵੀ ਕਿਤੇ ਖਬਰਾਂ ਆ ਰਹੀਆਂ ਨੇ ਕਿ ਅਮਰੀਕਾ ਨੇ ਸ਼ਾਇਦ ਲੱਭ ਲਿਆ ਇਸ ਬਿਮਾਰੀ ਦਾ ਇਲਾਜ, ਪਰ ਹਜੇ ਕੁਝ ਵੀ ਕਨਫਰਮ ਨਹੀਂ ਹੈ, ਤਾਂ ਇਹਦਾ ਜਿਹੜਾ ਪਰੀਖਣ ਹੈ, ਐਕਸਪੈਰੀਮੈਂਟ ਹੈ, ਉਹ ਵੀ ਫਿਰ ਜਾਨਵਰਾਂ ਤੇ ਪੰਛੀਆਂ ਤੇ ਕਰਕੇ ਦੇਖ ਰਹੇ ਹੋਣਗੇ? ਕਿਵੇਂ ਹੁੰਦਾ ਹੈ ਇਹ? ਸਫਲ ਹੋ ਚੁੱਕੀ ਜਿਹੜੀ ਟ੍ਰੀਟਮੈਂਟ ਹੁਣ ਆ ਚੁੱਕੀ ਹੈ, ਸਾਡੇ ਕੋਲ ਡਰੱਗਸ ਆ ਗਈਆਂ ਜਿਹੜੀਆਂ 14 ਦਿਨ ਲਈ ਤੁਸੀਂ ਦਿਓਗੇ, ਐਂਟੀਵਾਇਰਲ ਡਰੱਗਸ ਜਿਹੜੀਆਂ ਹਨ, ਉਹ ਲੈ ਕੇ ਤੇ ਬੰਦਾ ਠੀਕ ਹੋਏ ਅਸੀਂ ਦੇਖ ਚੁੱਕੇ ਹਾਂ। ਈਵਨ ਆਮ ਗੋਲੀ ਕਲੋਰੋਕੁਇਨ ਵਰਗੀ ਦਵਾਈ ਵੀ ਅਸਰਦਾਰ ਅਸੀਂ ਦੇਖਿਆ ਉਹਦੇ ਵਿੱਚ ਹੋਈ ਹੈ ਸਾਬਤ। ਸੋ ਇਹ ਦਵਾਈਆਂ ਸਾਡੇ ਕੋਲ ਪਹੁੰਚ ਚੁੱਕੀਆਂ ਹੋਈਆਂ ਨੇ ਜੀ, ਬਿਲਕੁਲ ਆਮ ਦਵਾਈਆਂ ਨੇ, ਕੋਈ ਇਹੋ ਜਿਹੀ ਨਹੀਂ ਜਿਹੜੀ ਨਾ ਮਿਲਦੀ ਹੋਵੇ। ਸੋ ਉਸ ਅਧੀਨ ਜਿਹੜੀਆਂ ਅਸੀਂ ਇਲਾਜ ਵੀ ਕਰ ਸਕਦੇ ਹਾਂ। ਉਹਨੂੰ ਆਈਸੋਲੇਸ਼ਨ, ਐਕਚੁਅਲੀ ਜਿਹੜੀ ਗੱਲ ਵੱਡੀ ਉਹ ਇਹ ਹੈ ਕਿ ਅਸੀਂ ਇਹ ਬਿਮਾਰੀ ਜਾਣੇ ਅਣਜਾਣੇ ਅਗਾਂਹ ਨਾ ਤੋਰਦੇ ਰਹੀਏ। ਜੀ ਆਮ ਖੰਘ ਜ਼ੁਕਾਮ ਹੁੰਦਾ ਤੇ ਸਾਰੀ ਬੱਸ ਦੀ ਪੂਰੀ ਬੱਸ ਨੂੰ ਵੀ ਖੰਘ ਜ਼ੁਕਾਮ ਹੋ ਜਾਏ, ਸਾਨੂੰ ਫਰਕ ਨਹੀਂ ਪੈਂਦਾ। ਫਰਕ ਸਿਰਫ ਇਸ ਕਰਕੇ ਪੈ ਰਿਹਾ ਹੈ ਕਿ ਨਵੀਂ ਵਾਇਰਸ ਹੈ ਜਿਹਦੇ ਸਾਨੂੰ ਅਜੇ ਲੰਮੇ ਸਮੇਂ ਤੱਕ ਕੋਈ ਰਹਿਣ ਵਾਲੇ ਅਸਰਾਂ ਬਾਰੇ ਪਤਾ ਨਹੀਂ ਹੈ। ਜਿਵੇਂ ਮੈਂ ਜ਼ਿਕਰ ਕੀਤਾ ਕਿ ਕਿਤੇ ਬਾਅਦ ਵਿੱਚ ਪਤਾ ਲੱਗੇ ਕਿ ਉਹ HIV ਵਾਇਰਸ ਦੇ ਜਿਹੜੇ ਅੰਸ਼ ਸਨ ਇਹ ਟਿਕ ਕੇ ਰਹਿ ਗਏ, ਬਾਕੀ ਵਾਇਰਸ ਖਤਮ ਹੋ ਗਈ, ਪਰ ਉਹਨੇ ਸਾਡੀ ਇਮਿਊਨਿਟੀ ਦੇ ਸੈੱਲਾਂ ਨਾਲ ਚਿੰਬੜ ਕੇ ਉੱਥੇ ਹੀ ਬੈਠੀ ਹੈ ਤੇ ਉਹ ਅਸਰ ਸਾਨੂੰ 10 ਸਾਲ ਬਾਅਦ ਦਿਸਣ ਵੀ ਭਾਈ ਹੁਣ ਤਾਂ ਮੌਤ ਯਕੀਨੀ ਹੈ। ਸੋ ਇਹੋ ਜਿਹੀ ਚੀਜ਼ ਨਾ ਨਿਕਲ ਜਾਏ ਜਿਹੜੀ ਬਾਰੇ ਅਜੇ ਕੁਝ ਕਨਫਰਮਡ ਨਹੀਂ ਹੈ। ਵੀ ਕੁਝ ਨਾ ਹੋਵੇ ਤਾਂ ਬਈ ਭਲੇ ਲੋਕੋ, ਤੁਸੀਂ ਆਪਣੇ ਆਪ ਨੂੰ ਬਚਾਓ, ਆਪਣੇ ਬਜ਼ੁਰਗਾਂ ਨੂੰ ਬਚਾਓ, ਆਪਣੇ ਬੱਚਿਆਂ ਨੂੰ ਬਚਾਓ, ਤਾਂ ਕਿ ਅਸੀਂ ਇਹ ਸਮਾਂ ਜੋ ਕਿ ਨਾਰਮਲ ਵੀ ਵਾਇਰਸ ਨੇ ਖਤਮ ਹੋ ਜਾਣਾ ਸੀਜ਼ਨ ਚੇਂਜ ਹੋਣ ਤੇ, ਤਾਂ ਉਦੋਂ ਤਾਈਂ ਅਸੀਂ ਆਪਣੇ ਆਪ ਨੂੰ ਬਚਾ ਰੱਖੀਏ। ਸਿਰਫ ਇਸ ਕਰਕੇ ਲੋਕਾਂ ਨੂੰ ਕਹੀਦਾ ਕਿ ਆਈਸੋਲੇਸ਼ਨ ਤੇ ਰਹੋ, ਇੱਕ ਤੋਂ ਦੂਜੇ ਨੂੰ ਟ੍ਰਾਂਸਫਰ ਨਾ ਕਰ ਦਿਓ। ਫਿਰ ਇਹ ਵਾਇਰਸ ਸਿੱਧਾ ਮੂੰਹ ਤੇ ਵੀ ਨਹੀਂ ਆਉਂਦੀ, ਅਸੀਂ ਆਪ ਹੀ ਲੈਨੇ ਆ, ਇੱਧਰ ਉੱਧਰ ਹੱਥ ਲਾਇਆ, ਮੂੰਹ ਤੇ ਲਾਇਆ ਤੇ ਅਸੀਂ ਆਪ ਹੀ ਵਾਇਰਸ ਲੈ ਜਾਂਦੇ ਆ। ਸੋ ਕੋਸ਼ਿਸ਼ ਕਰੀਏ ਕਿ ਇਸ ਤੋਂ ਬਚ ਕੇ
ਕੇ ਰਹਿ ਜਾਈਏ, ਬਸ ਇੰਨੀ ਕੀ ਗੱਲ। ਸੋ ਡਾਕਟਰ ਸਾਹਿਬ ਕਿਹੜੇ ਉਮਰ ਵਰਗ ਨੂੰ ਇਹ ਜ਼ਿਆਦਾ ਖਤਰਾ ਹੁੰਦਾ? ਬੱਚੇ, ਬਜ਼ੁਰਗ, ਜਵਾਨ, ਅਧਖੜ, ਕਿੰਨਾਂ ਨੂੰ ਜ਼ਿਆਦਾ ਖਤਰਾ? ਜੀ ਜ਼ਿਆਦਾ ਖਤਰਾ 60 ਵਰਿਆਂ ਤੋਂ ਉੱਪਰ ਵਾਲਿਆਂ ਨੂੰ ਹੈ, ਜਾਂ ਬਹੁਤ ਛੋਟੇ ਬੱਚਿਆਂ ਨੂੰ, ਪ੍ਰੈਗਨੈਂਟ ਔਰਤਾਂ ਨੂੰ, ਜਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਹੈ, ਜਿਨ੍ਹਾਂ ਨੂੰ ਕੈਂਸਰ ਹੈ, ਜਿਨ੍ਹਾਂ ਨੂੰ ਕੋਈ ਜਿਗਰ ਦੇ ਰੋਗ ਨੇ, ਗੁਰਦੇ ਦੇ ਰੋਗ ਨੇ, ਟ੍ਰਾਂਸਪਲਾਂਟਸ ਜਿਨ੍ਹਾਂ ਦੇ ਹੋਈਆਂ ਜਿਨ੍ਹਾਂ ਦੇ ਯਾਨੀ ਇਮਿਊਨਿਟੀ ਡਾਊਨ ਜਿਨ੍ਹਾਂ ਦੀ ਹੋਈ ਹੋਵੇ, ਜਿਨ੍ਹਾਂ ਨੂੰ ਏਡਜ਼ ਹੈ। ਸੋ ਇਹ ਸਾਰੇ ਲੋਕ ਜਿਨ੍ਹਾਂ ਨੂੰ ਖਤਰਾ ਵੱਧ ਹੈ ਜੀ, ਉਹਨਾਂ ਨੂੰ ਜ਼ਰੂਰ ਅਸੀਂ ਪਰਾਂ ਕਰਕੇ ਬਚਾ ਕੇ ਰੱਖੀਏ। ਪਰ ਕਿਉਂਕਿ ਅੱਜ ਦੇ ਦਿਨ ਡਾਇਬਟੀਜ਼ ਇੰਨੀ ਜ਼ਿਆਦਾ ਹੈ, ਬਲੱਡ ਪ੍ਰੈਸ਼ਰ ਇੰਨਾ ਜ਼ਿਆਦਾ ਹੈ, ਸੋ ਇਸੇ ਲਈ ਕੋਸ਼ਿਸ਼ ਕੀਤੀ ਗਈ ਕਿ ਵੱਡੀ ਗਿਣਤੀ ਨੂੰ ਮੌਤਾਂ ਨੂੰ ਰੋਕ ਸਕੀਏ, ਜੋ ਕਿ ਵਾਕਈ ਅਸੀਂ ਸਕਸੈਸਫੁਲ ਹੋਏ ਹਾਂ। 3.5% ਨੂੰ ਅਸੀਂ ਮੌਤ ਹੀ ਨਹੀਂ ਗਿਣਦੇ, ਤੁਸੀਂ ਉਹਦੇ ਹਿਸਾਬ ਨਾਲ ਜਰਾ ਦੂਜੇ ਪਾਸੇ ਐਕਸੀਡੈਂਟ ਰਾਹੀਂ ਮੌਤਾਂ ਵੇਖ ਲਓ, ਤੇ ਮਲੇਰੀਆ ਦੀਆਂ ਇਸ ਤੋਂ 10,000 ਗੁਣਾ ਵੱਧ ਨੇ। ਯਾਨੀ ਅੰਦਾਜ਼ਾ ਲਾਓ ਕਿ ਕਿਸ ਹੱਦ ਨਾਲ ਅਸੀਂ ਮਲੇਰੀਏ ਨਾਲ ਕੂਚ ਕਰ ਜਾਂਦੇ ਹਾਂ। ਟੱਟੀਆਂ ਉਲਟੀਆਂ ਨਾਲ ਸਾਡੇ ਮਰ ਰਹੇ ਨੇ ਬੱਚੇ, ਉਹਦੇ ਵੱਲ ਨਹੀਂ ਕਿਸੇ ਨੂੰ ਖਿਆਲ ਆਇਆ। ਤੇ ਇਸ ਚੀਜ਼ ਤੋਂ ਤਾਂ ਡਰ ਰਹੇ ਨੇ ਕਿਉਂਕਿ ਅਜੇ ਇਹ ਭੈ ਜੇ ਤੇ ਮੈਂ ਮਰ ਨਾ ਜਾਵਾਂ। ਉਹ ਭੈ ਸਾਨੂੰ ਖਾ ਰਿਹਾ ਜੇ, ਬਜਾਏ ਕਿ ਵਾਇਰਸ ਦੇ। ਅਸੀਂ ਭੈ ਨਾਲ ਜ਼ਿਆਦਾ ਪੀੜਤ ਹਾਂ, ਇਸੇ ਲਈ ਪੈਨਿਕ ਦੇ ਅਧੀਨ ਲੋਕ ਇਹ ਚੀਜ਼ਾਂ ਖਰੀਦੋ ਫਰੋਖਤ ਕਰੀ ਵੀ ਜਾ ਰਹੇ ਨੇ ਤੇ ਡਰ ਦੇ ਮਾਰੇ ਅੰਦਰ ਲੁਕ ਗਏ ਨੇ। ਪਰ ਇੰਨਾ ਵੀ ਜ਼ਿਆਦਾ ਡਰਨ ਦੀ ਲੋੜ ਨਹੀਂ, ਪਰ ਅਸੀਂ ਇੱਕ ਤੋਂ ਦੂਜੇ ਨੂੰ ਸ਼ਿਫਟ ਨਾ ਕਰ ਦਈਏ ਜਦ ਤੱਕ ਇਹਦਾ ਟੀਕਾ ਹੁਣ ਲਗਭਗ ਬਣਨ ਲਈ ਤਿਆਰ ਹੈ ਜੀ। ਸੋ ਦਾ ਮਤਲਬ ਕਿ ਅਸੀਂ ਸੌਖੇ ਤਰੀਕੇ ਹਰ ਇੱਕ ਜਣੇ ਨੇ ਇੱਕ ਟੀਕਾ ਹੀ ਲਵਾਉਣਾ ਤੇ ਸਾਰੇ ਬਚ ਜਾਣਗੇ। ਸੋ ਡਾਕਟਰ ਸਾਹਿਬ ਇਹ ਇੰਜੈਕਸ਼ਨ ਹਰ ਕਿਸੇ ਨੂੰ ਹੀ ਲਾਉਣਾ ਪਏਗਾ ਇਹਤਿਆਤ ਵਜੋਂ, ਜਾਂ ਫਿਰ ਜਿਨ੍ਹਾਂ ਨੂੰ ਮਤਲਬ ਜਿਹੜੇ ਪੋਜ਼ਿਟਿਵ ਖਤਰਾ ਹੈ ਉਹਨਾਂ ਨੂੰ ਜ਼ਰੂਰੀ ਹੋ ਜਾਏਗਾ ਕਿ ਤਾਂ ਕਿ ਇਹ ਹੋਵੇ ਨਾ। ਪਰ ਕੋਈ ਐਡੀ ਵੱਡੀ ਗੱਲ ਵੀ ਨਹੀਂ ਕਿ ਇਹ ਵਾਇਰਸ ਅਗਲੀ ਵਾਰ ਆਵੇ ਹੀ ਨਾ। ਕੁਝ ਹੋਰ ਮੈਂ ਜਿਵੇਂ ਦੱਸਿਆ, ਹਰ ਸਾਲ ਫਲੂ ਦੀ ਵਾਇਰਸ ਰੂਪ ਬਦਲਦੀ ਹੈ, ਸਾਨੂੰ ਹਰ ਸਾਲ ਨਵਾਂ ਟੀਕਾ ਉਹਦੇ ਲਈ ਇਜਾਦ ਕਰਨਾ ਪੈਂਦਾ। ਬਿਲਕੁਲ ਇਸੇ ਤਰ੍ਹਾਂ ਹੋ ਸਕਦਾ ਇਹ ਇੱਕ ਵਾਰ ਦੀ ਆਈ ਦੁਬਾਰਾ ਆਵੇ ਹੀ ਨਾ, ਜਾਂ ਹੋ ਸਕਦਾ ਹੈ ਕਿ ਬੰਦੇ ਤੋਂ ਅਗਾਂਹ, ਕਿਉਂਕਿ ਸਾਨੂੰ ਅਜੇ ਇਹਦੀ ਕੁਝ ਲਾਈਫ ਸਾਈਕਲ ਦਾ ਪਤਾ ਹੀ ਨਹੀਂ ਹੈ। ਸੋ ਇਸੇ ਤਰ੍ਹਾਂ ਕੱਲ ਨੂੰ ਹੋ ਸਕਦਾ ਹੈ ਕਿ ਕਿਸੇ ਘਰ ਵਿੱਚ ਉਹਨੇ ਪਾਲਿਆ ਹੋਇਆ ਕੁੱਤਾ ਜਾਂ ਬਿੱਲੀ ਤਾਂ ਉਹ ਬੰਦੇ ਤੋਂ ਅਗਾਂਹ ਉਸ ਪਾਸੇ ਨੂੰ ਤੁਰੇ, ਕੋਈ ਵੱਖ ਜੀਨ ਅੱਗੋਂ ਦਾ ਜਨੋਮ ਵੱਖਰਾ ਰੂਪ ਲੈ ਲਵੇ। ਸੋ ਇਸ ਚੀਜ਼ਾਂ ਦਾ ਅਜੇ ਸਾਨੂੰ ਪੂਰਾ ਗਿਆਨ ਨਹੀਂ ਹੈ। ਇਸੇ ਕਰਕੇ ਸਿੰਪਲ ਜਿਹੀ ਗੱਲ ਕਿ ਤੁਸੀਂ ਬਚਾ ਲਓ ਆਪਣੇ ਆਪ ਨੂੰ, ਪਰਹੇਜ਼ ਕਰ ਲਓ, ਇਹ ਮਹੀਨੇ ਨੂੰ ਗਾਇਬ ਹੋ ਜਾਏਗੀ ਤਾਂ ਫਿਰ ਕੋਈ ਐਸੀ ਗੱਲ ਆਣ ਨਹੀਂ ਲੱਗੀ। ਸੋ ਸਿਰਫ ਇਹ ਇਹਤਿਆਤ ਹੈ ਕਿ ਥੋੜੀ ਧੁੱਪ ਜਦੋਂ 45 ਡਿਗਰੀ ਤੇ ਵਾਇਰਸ ਵੈਸੇ ਹੀ ਨਹੀਂ ਬਚਣੀ ਜੀ। ਸੋ ਹੁਣ ਇਹ ਮੌਸਮ ਜਿਹੜਾ ਵਿਚਕਾਰਲਾ ਇਹਦੇ ਵਿੱਚ ਜ਼ਰੂਰ ਅਜੇ ਉਹ ਪੂਰੇ ਜ਼ੋਰ ਸ਼ੋਰ ਨਾਲ ਫੈਲ ਰਹੀ ਹੈ। ਸੋ 45 ਡਿਗਰੀ ਤੇ ਜਿਵੇਂ ਕਹਿੰਦੇ ਵੱਧ ਟੈਂਪਰੇਚਰ 'ਚ ਸਿਰਫ ਕਰੋਨਾ ਵਾਇਰਸ ਨਹੀਂ ਵਧਦੀ, ਜਾਂ ਹਰ ਵਾਇਰਸ ਖਤਮ ਹੋ ਜਾਂਦਾ, ਕਿਲ ਹੋ ਜਾਂਦਾ? ਨਹੀਂ, ਬਹੁਤੀਆਂ ਵਾਇਰਸਸ ਖਤਮ ਹੋ ਜਾਂਦੀਆਂ ਨੇ, ਇੰਨੀ ਧੁੱਪ ਸਹਾਰ ਨਹੀਂ ਸਕਦੀਆਂ। ਸੋ ਇਸੇ ਲਈ ਸੀਜ਼ਨ ਦੇ ਹਿਸਾਬ ਨਾਲ ਇਹ ਵੱਧ ਫੈਲਦੀਆਂ ਨੇ। ਜਦੋਂ ਮੌਸਮ ਜਿਵੇਂ ਆਪਾਂ ਦੇਖ ਰਹੇ ਹਾਂ ਮੋਇਸਚਰ ਵੱਧ ਹੋਏਗਾ ਜਾਂ ਥੋੜਾ ਰਲਵਾ ਮਿਲਵਾ ਮਿਸ਼ਰਣ ਜਦੋਂ ਹੋਏਗਾ ਕਿ ਵਿੱਚ ਹੀ ਠੰਡ ਵਿੱਚ ਹੀ ਗਰਮੀ ਦੇ ਵਿੱਚ, ਤਾਂ ਫਿਰ ਇਹ ਉਦੋਂ ਜ਼ਿਆਦਾ ਪਨਪਦੀਆਂ ਜੀ। ਸੋ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਕੀ ਹਾਲਾਤ ਨੇ? ਸਭ ਤੋਂ ਪਹਿਲਾਂ ਮੈਂ ਕੁਐਸਚਨ ਪੁੱਛਿਆ ਸੀ, ਹੁਣ ਆਪਾਂ ਕਰੋਨਾ ਵਾਇਰਸ ਤੇ ਵਿਚਾਰ ਕਰ ਲਈ ਹੈ ਕਾਫੀ, ਤੇ ਪੰਜਾਬ 'ਚ ਤੁਸੀਂ ਕੀ ਦੇਖਦੇ ਹੋ? ਤੁਸੀਂ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਹੈਗੇ ਹੋ, ਕਿੰਨੇ ਕੁ ਮਰੀਜ਼ ਨੇ? ਹਾਂ, ਦਰਅਸਲ ਗੱਲ ਇਹ ਹੈ ਕਿ ਖੰਘ ਜ਼ੁਕਾਮ ਦੇ ਮਰੀਜ਼ ਬਹੁਤ ਨੇ, ਠੀਕ ਹੈ, ਬੇਹਿਸਾਬੇ। ਉਹ ਕਾਰਨ ਮੈਂ ਜਿਵੇਂ ਦੱਸਿਆ ਮੌਸਮ ਤਬਦੀਲੀ ਕਰਕੇ ਫਲੂ ਦੇ ਨੇ। ਕੁਝ ਲੋਕ ਅਜੇ ਕੈਰੀਅਰ ਹਾਲ ਵਿੱਚ ਜੋ ਕਿ ਬਾਹਰੋਂ ਆਏ, ਜਿਨ੍ਹਾਂ ਨੇ ਟੈਸਟ ਨਹੀਂ ਕਰਾਇਆ ਤੇ ਉਹ ਵਿੱਚ ਰਲ ਮਿਲ ਕੇ ਸਭ ਲੋਕਾਂ ਨੂੰ ਮਿਲ ਕੇ ਜਾ ਚੁੱਕੇ ਨੇ। ਸਾਨੂੰ ਉਹਨਾਂ ਦੀ ਗਿਣਤੀ ਬਾਰੇ ਅੰਦਾਜ਼ਾ ਵੀ ਨਹੀਂ ਇਸ ਵੇਲੇ ਕਿ ਉਹ ਲਗਭਗ ਕਿੰਨੇ ਕੁ ਹੋਣਗੇ ਤੇ ਕਿੰਨੇ ਕੰਟੈਕਟਸ ਉਹਨਾਂ ਦੇ ਬਣ ਚੁੱਕੇ ਨੇ, ਤੇ ਇਹ ਅੱਗੋਂ ਮਹਾਮਾਰੀ ਵੱਲ ਤੁਰਨਾ ਵੀ ਹੈ ਜਾਂ ਨਹੀਂ, ਕਿ ਉਹ ਉੱਥੇ ਖਤਮ ਹੋ ਗਈ। ਯਾਨੀ ਉਹ ਜਿਹੜੀ ਵਾਇਰਸ ਅਗਾਂਹ ਤੁਰੀ, ਸਾਡੀ ਆਪਣੀ ਇਮਿਊਨਿਟੀ ਇੰਨੀ ਤਗੜੀ ਹੈ ਕਿ ਸਾਡੇ 'ਚ ਉਹ ਅਸਰ ਹੀ ਨਹੀਂ ਕਰ ਰਹੀ ਜੀ। ਸੋ ਇਹ ਐਕਚੁਅਲ ਕੇਸਿਸ ਦੀ ਅੱਜ ਦੇ ਦਿਨ ਅਜੇ ਸਾਡੇ ਕੋਲ ਕੋਈ ਨਹੀਂ ਹੈ ਇੰਨੇ ਐਗਜ਼ੈਕਟ ਫਿਗਰ, ਕਿਉਂਕਿ ਬਹੁਤ ਸਾਰੇ ਕੇਸ ਪਿੰਡਾਂ ਦੇ ਜਿਹੜੇ ਬੈਠੇ ਨੇ ਹਕੀਮ ਉਹਨਾਂ ਤੋਂ ਟ੍ਰੀਟਮੈਂਟ ਕਰਾ ਰਹੇ ਨੇ ਜੀ ਜੀ। ਕਿਵੇਂ ਕਰਿਓ, ਕੁਝ ਗਊ ਮੂਤਰ ਵਾਲੇ ਪਾਸੇ ਤੁਰੇ ਨੇ,
ਕੋਈ 100 ਮੂਲ ਮੰਤਰ ਕਰ ਰਿਹਾ ਜੇ, ਕੋਈ ਝਾੜੇ ਕਰਵਾ ਰਿਹਾ ਜੇ, ਯਾਨੀ ਸਾਡਾ ਮੁਲਕ ਤਾਂ ਇਹਨਾਂ ਵਹਿਮਾਂ ਚੋਂ ਹੀ ਨਹੀਂ ਅਜੇ ਨਿਕਲ ਸਕਿਆ। ਤੇ ਜੇ ਇਹ ਚੀਜ਼ ਸੀ ਨਾ, ਸਾਰਿਆਂ ਨੂੰ ਕੋ ਜਿਗਰਾ ਰੱਖੋ ਤੇ ਜਾਓ ਵੁਹਾਨ ਦੇ ਵਿੱਚ ਤੇ ਆਹੀ ਚੀਜ਼ਾਂ ਉੱਥੇ ਕਰਕੇ ਦਿਖਾਓ, ਤੁਹਾਨੂੰ ਸਮਝ ਆਏਗੀ ਕਿ ਇਹਦੇ ਚ ਕਿੰਨਾ ਕੁ ਤੁਹਾਨੂੰ ਲੱਗਦਾ ਕਿ ਵਾਕਈ ਠੀਕ ਸੀ ਜਾਂ ਨਹੀਂ ਠੀਕ ਸੀ। ਇਹਨਾਂ ਚੀਜ਼ਾਂ ਤੋਂ ਸਿਰਫ ਬਚਣ ਦੀ ਲੋੜ ਹੈ, ਅਸੀਂ ਵਹਿਮਾਂ ਭਰਮਾਂ ਤੋਂ ਬਚੀਏ, ਕਿਉਂਕਿ ਆਪੇ ਠੀਕ ਹੋ ਜਾਣ ਵਾਲੀ ਹੈ। ਉਹਦੇ ਲਈ ਭਾਵੇਂ ਤੁਸੀਂ ਰੌਲਾ ਪਾ ਦਿਓ ਜੀ ਮੈਂ ਪਿਆਜ਼ ਦਾ ਜੂਸ ਪੀ ਲਿਆ ਤਾਂ ਠੀਕ ਹੋ ਗਿਆ, ਮੈਂ ਫਲਾਣੇ ਦੇ ਛਿੱਲੜ ਖਾ ਲਏ, ਮੈਂ ਅੱਜ ਇਹ ਖਾ ਲਿਆ, ਯਾਨੀ ਇਹ ਖਾਣ ਪੀਣ ਦੇ ਅਦਰਕ ਜਾਂ ਇਹ ਪਿਆਜ਼ਾਂ ਨਾਲ ਠੀਕ ਹੋਣ ਵਾਲੀ ਚੀਜ਼ ਨਹੀਂ ਹੈ। ਆਪਣੇ ਆਪ ਜਿਹੜੀ ਵਾਇਰਸ ਨੇ ਖਤਮ ਹੋ ਜਾਣਾ ਵੜ ਕੇ, ਉਹਦੇ ਲਈ ਇਹੋ ਜਿਹੀਆਂ ਚੀਜ਼ਾਂ ਦੀਆਂ ਅਫਵਾਹਾਂ ਫੈਲਾਉਣ ਦੀ ਜਾਂ ਗਲਤ ਢੰਗ ਤਰੀਕਿਆਂ ਨੂੰ ਅਗਾਂਹ ਵਧਾਉਣ ਦੀ ਲੋੜ ਨਹੀਂ ਹੁੰਦੀ। ਸੋ ਡਾਕਟਰ ਸਾਹਿਬ, ਤੁਸੀਂ ਜਿਵੇਂ ਹੁਣ ਗਊ ਮੂਤਰ ਦੀ ਗੱਲ ਕੀਤੀ ਹੈ, ਜੇ ਮੈਂ ਗੱਲ ਕਰਾਂ ਮੌਕ ਡਰਿਲ ਦੀ, ਸਰਕਾਰ ਦੇ ਵੱਲੋਂ ਮੌਕ ਡਰਿਲ ਕਰਵਾਏ ਜਾਂਦੇ ਨੇ, ਉਹ ਫਿਰ ਜਦੋਂ ਵੀਡੀਓਜ਼ ਬਣਦੀਆਂ ਨੇ ਤੇ ਲੋਕਾਂ ਦੇ ਵਿੱਚ ਅਫਵਾਹ ਫੈਲ ਜਾਂਦੀ ਹੈ, ਦੇਖੋ ਪੰਜਾਬ ਪੁਲਿਸ ਤੇ ਸਿਹਤ ਵਿਭਾਗ ਕਿਵੇਂ ਮਰੀਜ਼ਾਂ ਨੂੰ ਚੱਕ ਰਿਹਾ ਹੈਗਾ। ਸੋ ਇਹ ਮੌਕ ਡਰਿਲਸ ਦਾ ਕਿੰਨਾ ਕੁ ਅਸਰ ਹੁੰਦਾ ਹੈ ਅਮਲੀ, ਮਤਲਬ ਜ਼ਮੀਨੀ ਪੱਧਰ ਤੇ ਜੇ ਆਪਾਂ ਦੇਖ ਲਈਏ? ਦੇਖੋ, ਸਰਕਾਰਾਂ ਕੋਲ ਦੋ ਹੀ ਢੰਗ ਤਰੀਕੇ ਹੁੰਦੇ ਨੇ। ਪਹਿਲਾ ਜ਼ੋਰ ਜ਼ਬਰਦਸਤੀ ਕਰਕੇ ਆਪਣੀ ਹੋਂਦ ਦਿਖਾ ਲਈਏ। ਦੂਜਾ ਹੁੰਦਾ ਜੇ ਕਿਸੇ ਨੂੰ ਤਰਕ ਦੇ ਆਧਾਰ ਉੱਤੇ ਸਮਝਾਉਣਾ। ਤੇ ਜੇ ਇਹੀ ਚੀਜ਼ ਆਪਣੇ ਘਰ ਦੇ ਉੱਤੇ, ਮੈਂ ਸੌਖੇ ਤਰੀਕੇ ਥੋੜਾ ਦੱਸ ਦਿਆਂ ਵੀ, ਜੇ ਅਸੀਂ ਘਰ ਦੇ ਤੁਹਾਡੇ ਅੰਦਰ ਬਾਲ ਏ, ਮੁੱਛ ਫੁੱਟ ਗੱਭਰੂ ਹੈ ਜੀ, ਉਹਨੂੰ 2 ਥੱਪੜ ਮਾਰ ਕੇ ਦੱਸੋਗੇ ਤਾਂ ਉਹ ਸਮਝੇਗਾ ਜੀ, ਜਾਂ ਉਹਦੇ ਨਾਲ ਤਰਕ ਦੇ ਨਾਲ ਗੱਲ ਕਰੀਏ, ਕਾਕਾ ਤੇਰੀ ਜ਼ਿੰਦਗੀ ਪਹਿਲਾਂ ਇੰਪੋਰਟੈਂਟ ਹੈ ਸਾਨੂੰ, ਤੇ ਤੇਰੀ ਜ਼ਿੰਦਗੀ ਲਈ ਜੇ ਤੂੰ ਇੰਜ ਕਰ ਲਵੇਂ, ਤੈਨੂੰ ਨਹੀਂ ਲੱਗਦਾ ਇਹ ਠੀਕ ਹੋਏਗਾ, ਜਾਂ ਜੇ ਤੈਨੂੰ ਲੱਗਦਾ ਨਹੀਂ ਠੀਕ, ਚੱਲ ਮੈਨੂੰ ਦੱਸ ਫਿਰ ਕਿਸ ਤਰੀਕੇ ਇਹ ਕਰਨਾ ਚਾਹੀਦਾ ਜੀ। ਯਾਨੀ ਉਹਦੇ ਨਾਲ ਬੈਠ ਕੇ ਗੱਲ ਕਰਨੀ, ਸਮਝਾਉਣਾ ਤੇ ਕੁਝ ਇਸ ਤਰੀਕੇ ਉਹਨਾਂ ਦੇ ਰੂਹ ਤੱਕ ਪਹੁੰਚ ਜਾਣਾ, ਕਾਕਾ ਤੂੰ ਹੀ ਦੱਸ, ਇਹ ਪੰਜਾਬ ਤੇਰਾ, ਇਸ ਪੰਜਾਬ ਦੇ ਵਿਚਲੇ ਵਾਸੀ ਸਾਡੇ ਹੀ ਨੇ, ਅਸੀਂ ਹੀ ਇਸ ਚੀਜ਼ ਨੂੰ ਬਚਾਉਣਾ ਹੈ, ਤੇ ਤੇਰੇ ਹਿਸਾਬ ਨਾਲ ਕਿਹੜੀ ਚੀਜ਼ ਠੀਕ ਹੈ? ਕਿ ਪੰਜਾਬ ਦਾ ਹਰ ਬੰਦਾ ਰੋਗੀ ਹੋ ਕੇ ਮਰੇ, ਜਾਂ ਸਾਡੇ ਪੰਜਾਬ ਵਿੱਚ ਇਸ ਬਚਾਉਣ ਦਾ ਜ਼ਿੰਮਾ ਹਰ ਜਣਾ ਆਪਣੇ ਸਿਰ ਤੇ ਲਵੇ? ਦੱਸ ਤਾਂ ਸਹੀ ਕਿਹੜਾ ਠੀਕ ਢੰਗ ਹੈ? ਬਜਾਏ ਇਹਦੇ ਕਿ ਅਸੀਂ ਹਮੇਸ਼ਾ ਹੀ ਪੁਲਿਸ ਫੋਰਸ ਵਰਤ ਕੇ ਮਾਰ ਕੁੱਟ ਕੇ ਹੀ ਦਿਖਾਈਏ ਕਿ ਤਾਕਤ ਸਰਕਾਰ ਦੀ ਇਹਦੇ ਵਿੱਚ, ਜ਼ਿੰਮੇਵਾਰੀ ਜੇ ਵੰਡ ਕੇ ਤੁਰੀਏ ਤਾਂ ਮੇਰਾ ਖਿਆਲ ਹੈ ਉਹ ਵਧੀਆ ਤਰੀਕਾ ਹੁੰਦਾ ਜੇ, ਜਦੋਂ ਅਸੀਂ ਪੋਜ਼ਿਟਿਵ ਰਿਸਪੌਂਸ ਵੀ ਲੈ ਸਕਦੇ ਹਾਂ ਤੇ ਹਰ ਨਾਗਰਿਕ ਪੰਜਾਬ ਦਾ ਜ਼ਿੰਮੇਵਾਰ ਜੇ। ਇਹੋ ਜਿਹੀ ਗੱਲ ਨਹੀਂ, ਪਰ ਜਦੋਂ ਉਹਨੂੰ ਤੁਸੀਂ ਜ਼ਬਰਦਸਤੀ ਤਾੜ ਕੇ ਬੰਨ ਕੇ ਰੱਖਣਾ ਚਾਹੋਗੇ ਤੇ ਹਰ ਜਣਾ ਉਹਨੂੰ ਤੋੜ ਕੇ ਭੱਜੇਗਾ। ਸੋ ਬਿਹਤਰ ਹੈ ਕਿ ਅਸੀਂ ਪਿਆਰ ਤੇ ਮੁਹੱਬਤ ਨਾਲ ਕੁਝ ਇਸ ਤਰੀਕੇ ਕਰੀਏ, ਸਮਝਾ ਕੇ, ਤਾਂ ਹਰ ਜਣਾ ਸਮਝ ਜਾਏਗਾ। ਹਮੇਸ਼ਾ ਹੀ ਜ਼ੋਰ ਜ਼ਬਰਦਸਤੀ ਕਰਕੇ ਲੀੜੇ ਪਾੜਨੇ ਨੇ, ਮਾਰਨਾ, ਕੁੱਟਣਾ, ਡਾਂਗਾਂ ਚਲਾਉਣੀਆਂ, ਇਹ ਹਮੇਸ਼ਾ ਸਹੀ ਨਹੀਂ ਹੁੰਦਾ ਜੀ। ਸੋ ਡਾਕਟਰ ਸਾਹਿਬ, ਪੰਜਾਬ ਸਰਕਾਰ ਦੇ ਵੱਲੋਂ ਡਾਕਟਰਸ ਨੂੰ, ਸਿਵਲ ਸਰਜਨਾਂ ਨੂੰ ਕੀ ਹਦਾਇਤਾਂ ਦਿੱਤੀਆਂ ਗਈਆਂ ਨੇ? ਤੁਸੀਂ ਵੀ ਮੋਹਰੀ ਡਾਕਟਰਾਂ ਦੇ ਵਿੱਚੋਂ ਆਉਂਦੇ ਹੋ, ਕੁਝ ਖਾਸ ਹਦਾਇਤਾਂ ਹੈਗੀਆਂ ਨੇ? ਜੀ, ਇਸ ਵੇਲੇ ਬੜੇ ਸੋਹਣੇ ਵੱਖੋ ਵੱਖਰੇ ਵਾਰਡਸ ਜਿਵੇਂ ਤਿਆਰ ਕਰ ਦਿੱਤੇ ਗਏ ਨੇ ਕਿ ਜੇ ਕਿਤੇ ਵੱਡੀ ਗਿਣਤੀ ਵਿੱਚ ਮਰੀਜ਼ ਆਉਣੇ ਸ਼ੁਰੂ ਹੋਣ ਤਾਂ ਘੱਟੋ ਘੱਟ ਡਾਕਟਰਾਂ ਲਈ ਇਹ ਪਹਿਲ ਹੋਣੀ ਚਾਹੀਦੀ ਹੈ ਕਿ ਅਸੀਂ ਹਰ ਹਾਲ ਵਿੱਚ ਆਪਣੇ ਲੋਕਾਂ ਨੂੰ ਬਚਾਉਣਾ ਜੀ। ਸੋ ਇਸ ਤਰ੍ਹਾਂ ਦੇ ਜਿਵੇਂ ਦੇ ਹੁਣ ਪ੍ਰਬੰਧ ਇਮੀਡੀਏਟਲੀ ਹਲਚਲ ਸ਼ੁਰੂ ਹੋਈ ਹੈ, ਇਹ ਚੰਗਾ ਤੇ ਉਸਾਰੂ ਕਦਮ ਹੈ, ਜਿਹਦੇ ਲਈ ਕਾਫੀ ਥਾਵਾਂ ਬਲਕਿ ਲੋਕਾਂ ਨੇ ਆਪ ਇਹਦੇ ਲਈ ਅਗਾਂਹ ਹੋ ਕੇ ਹੱਥ ਫੈਲਾਏ ਨੇ ਕਿ ਜੀ ਅਸੀਂ ਨਾਲ ਆ ਤੁਹਾਡੇ ਨਾਲ, ਸਾਡੇ ਲਈ ਦੱਸੋ ਕੀ ਹੁਕਮ ਹੈ, ਅਸੀਂ ਵੀ ਕਰਨਾ ਚਾਹੁੰਦੇ ਹਾਂ। ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆਈਆਂ ਨੇ। ਸੋ ਇਸ ਪੱਖੋਂ ਮੂਵਮੈਂਟ ਸ਼ੁਰੂ ਹੋ ਗਈਆਂ ਨੇ। ਰਜਿੰਦਰਾ ਹਸਪੀਟਲ ਵਿੱਚ ਵੀ, ਮਾਤਾ ਕੁਸ਼ਲਿਆ ਵਿੱਚ ਵੀ, ਸਿਵਲ ਸਰਜਨ ਲੈਵਲ ਤੇ ਵੀ, ਈਵਨ ਪ੍ਰਿੰਸੀਪਲ ਅਧੀਨ ਲਿਆਏ ਨੇ ਅੱਗੋਂ, ਤਾਂ ਕਿ ਸਿੱਧਾ ਅਸੀਂ ਤਾਲਮੇਲ ਰਾਬਤਾ ਹੋਵੇ ਤਾਂ ਕਿ ਇਹੋ ਜਿਹੇ ਕੇਸ ਜੇ ਵੱਡੀ ਗਿਣਤੀ ਚ ਆਉਣ ਤਾਂ ਛੇਤੀ ਸੰਭਾਲੇ ਜਾ ਸਕਣ। ਪਰ ਫਿਰ ਵੀ ਹਰ ਪੱਧਰ ਤੇ, ਹਰ ਪਿੰਡ ਵਿੱਚ, ਹਰ ਜਿੰਨੀਆਂ ਵੀ ਸੰਸਥਾਵਾਂ ਨੇ ਜਾਂ ਯੂਥ ਕਲੱਬਾਂ ਨੇ, ਉਹਨਾਂ ਦਾ ਫਰਜ਼ ਬਣ ਜਾਂਦਾ ਕਿ ਇਹ ਅਫਵਾਹਾਂ ਤੋਂ ਬਚਾ ਕੇ ਜੇ ਅਸੀਂ ਸਹੀ ਜਾਣਕਾਰੀ ਆਪਣੇ ਪਿੰਡਾਂ ਵਿੱਚ ਵੀ ਦੇ ਦਈਏ ਤਾਂ ਵੱਡੀ ਗਿਣਤੀ ਲੋਕ ਆਪਣਾ ਖਿਆਲ ਰੱਖ ਸਕਣਗੇ। ਤੇ ਇਹ ਨਿੱਕਾ ਜਿਹਾ ਕੀਟਾਣੂ ਜਿਹਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ, ਇਹਨੂੰ ਮਰ ਜਾਣ ਦਿਓ, ਮਰ ਜਾਣਾ ਇਹਨੇ ਆਪੇ, ਕੋਈ ਐਡੀ ਵੱਡੀ ਆਫਤ ਨਹੀਂ ਆਉਣ ਵਾਲੀ। ਸਿਰਫ ਅਸੀਂ ਇਹ
ਭੈ ਜੇ ਅਸੀਂ ਘਟਾ ਕੇ ਜ਼ਿੰਮੇਵਾਰੀ ਨਾਲ ਤੇ ਧਿਆਨ ਰੱਖ ਲਈਏ, ਯਾਨੀ ਇਹਤਿਆਤ ਵਰਤਣੀ ਹੈ, ਬਸ ਇੰਨਾ ਕੀ ਕੰਮ ਹੈ, ਇਸ ਤੋਂ ਵੱਡੀ ਗੱਲ ਨਹੀਂ ਕਿ ਥੋੜਾ ਆਪਣਾ ਖਿਆਲ ਰੱਖੀਏ, ਬਸ ਇੰਨੀ ਕੀ ਲੋੜ। ਸੋ ਡਾਕਟਰ ਸਾਹਿਬ, ਸ਼ਹਿਰਾਂ ਦੇ ਨਾਲੋਂ ਪਿੰਡਾਂ ਵਾਲੇ ਲੋਕ ਨੇ ਜਿਹੜੇ ਉਹ ਜ਼ਿਆਦਾ ਸੇਫ ਨੇ, ਕਿਉਂਕਿ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨਹੀਂ ਰਹਿਣਾ, ਸ਼ਹਿਰ 'ਚ 100 ਤਰ੍ਹਾਂ ਦੇ ਆਦਮੀ ਆਉਂਦੇ ਨੇ, ਕੁਛ ਇਦਾਂ ਦਾ ਹੈ ਜੀ। ਪਰ ਪਿੰਡਾਂ ਵਿੱਚ ਜਦੋਂ ਤੁਸੀਂ ਜਿਵੇਂ ਫੂਡ ਹੈਂਡਲਰਸ ਆ, ਮਿਸਾਲ ਵਜੋਂ ਕੋਈ ਸਮਾਨ ਲੈਣ ਗਿਆ ਬਾਹਰ, ਪਿੰਡ ਦੇ ਵਿੱਚੋਂ ਚੁੱਕ ਕੇ ਲਿਆਇਆ, ਜਾਂ ਪਿੰਡ ਵਿੱਚ ਦੁੱਧ ਪਾਣ ਗਿਆ, ਉਹਨੇ ਹੱਥ ਲਾਏ, ਹੋਰ ਚੀਜ਼ਾਂ ਕੀਤੀਆਂ, ਸੋ ਆਪਣੇ ਹੀ ਹੱਥਾਂ ਨਾਲ ਆਪਣੇ ਮੂੰਹ ਤੇ ਹੱਥ ਲਾਇਆ, ਆਇਆ ਤੇ ਵਾਪਸ ਉਸ ਸੁਰੱਖਿਅਤ ਮਾਹੌਲ ਦੇ ਵਿੱਚ ਚੀਜ਼ ਵੰਡ ਦਿੱਤੀ। ਸੋ ਇਹ ਚੀਜ਼ਾਂ ਦਾ ਖਤਰਾ ਜ਼ਰੂਰ ਹੋ ਜਾਂਦਾ। ਪਰ ਜਿੱਥੋਂ ਤੱਕ ਸਫਾਈ ਦੀ ਗੱਲ ਹੈ ਕਿ ਸਾਡੀ ਖਿਮਾ ਕਰਿਓ, ਪਟਿਆਲਾ ਵਰਗਾ ਸ਼ਹਿਰ ਤੁਸੀਂ ਵੇਖ ਸਕਦੇ ਹੋ ਕਿ ਸਾਡੇ ਸੀਐਮ ਸਾਹਿਬ ਦਾ ਸ਼ਹਿਰ ਹੈ, ਪਰ ਜੇ ਤੁਸੀਂ ਰਤਕ ਚੁਫੇਰੇ ਘੁੰਮ ਕੇ ਵੇਖ ਲਓਗੇ ਤੁਹਾਨੂੰ ਗੰਦਗੀ ਦੇ ਢੇਰ ਦਿਸ ਜਾਣਗੇ। ਇਹ ਗੰਦਗੀ ਦੇ ਢੇਰ ਅਸੀਂ ਸਾਫ਼ ਨਹੀਂ ਕਰ ਰਹੇ। ਸੋ ਸਰਕਾਰ ਵੀ ਕਿਤੇ ਨਾ ਕਿਤੇ ਊਣਤਾਈਆਂ ਛੱਡ ਜਾਂਦੀ ਹੈ ਕਿ ਜਿੱਥੇ ਅਸਲ ਲੋੜ ਹੈ ਕਿ ਤੁਸੀਂ ਸਫਾਈ ਕਰੋ, ਉੱਥੇ ਪੁਲਿਸ ਫੋਰਸ ਵਰਤ ਕੇ ਇਹ ਮਰੀਜ਼ਾਂ ਤੇ ਅਸੀਂ ਜ਼ੋਰ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਈਏ। ਇਹ ਠੀਕ ਢੰਗ ਨਹੀਂ ਹੈ। ਜੇ ਸਫਾਈ ਰੱਖਾਂਗੇ ਆਪਣੇ ਆਪ ਹੀ ਜ਼ਰੂਰ ਹੌਲੀ ਹੌਲੀ ਅਸੀਂ ਕਈ ਸਾਰੀਆਂ ਹੋਰ ਬਿਮਾਰੀਆਂ ਤੋਂ ਬਚ ਸਕਦੇ ਹਾਂ, ਕਿਉਂਕਿ ਪਹਿਲਾਂ ਹੁਣ ਵੀ ਜੋ ਜ਼ੋਰ ਅਸੀਂ ਸਫਾਈ ਤੇ ਹੀ ਲਾਇਆ ਹੋਇਆ ਨਾ, ਹੱਥ ਸਾਫ਼ ਕਰੋ, ਧੋਵੋ ਜੀ, ਪਰ ਕੰਮ ਅਸੀਂ ਕੀ ਕਰਦੇ ਹਾਂ ਕਿ ਆਪਣੇ ਘਰੋਂ ਸਾਫ਼ ਕੀਤਾ, ਕੂੜਾ ਘਰ ਦੇ ਬਾਹਰ ਸੁੱਟ ਦਿੱਤਾ। ਸੋ ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਉਨੀ ਹਰ ਘਰ ਦੀ ਵੀ ਹੈ ਕਿ ਅਸੀਂ ਆਪਣੀ ਗੰਦਗੀ ਬਾਹਰ ਨਾ ਸੁੱਟੀਏ, ਆਪਣੇ ਥਾਂ ਜਿੱਥੇ ਰਹਿੰਦੇ ਹਾਂ ਉਹਨੂੰ ਪਿਆਰ ਕਰੀਏ। ਯਾਨੀ ਜੇ ਵਿਕਸਿਤ ਮੁਲਕ ਸਾਫ਼ ਨੇ ਸਿਰਫ ਤਾਂ ਉਹ ਫਖਰ ਕਰਦੇ ਨੇ ਕਿ ਮੈਂ ਕੈਨੇਡਾ ਵਿੱਚ ਆ, ਮੇਰਾ ਮੁਲਕ ਹੈ, ਮੈਂ ਅਮਰੀਕਾ ਵਿੱਚ ਆ, ਮੇਰਾ ਮੁਲਕ ਹੈ। ਸਾਡੇ ਵਿੱਚ ਖਿਮਾ ਕਰਿਓ ਇਹ ਚੀਜ਼ ਖਤਮ ਹੋ ਗਈ ਹੈ। ਅਸੀਂ ਕਹਿੰਦੇ ਹਾਂ ਪੰਜਾਬ ਸਾਡਾ ਨਹੀਂ ਹੈ, ਅਸੀਂ ਤਾਂ ਕੈਨੇਡਾ ਜਾਣਾ ਹੈ। ਜਿਸ ਦਿਨ ਸਾਡੇ ਅੰਦਰ ਇਹ ਹੋਏਗਾ ਮੇਰੇ ਗੁਰੂਆਂ ਦੀ ਧਰਤੀ ਹੈ, ਇਹ ਮੇਰੀ ਧਰਤੀ ਹੈ, ਮੈਂ ਬਚਾਉਣਾ ਹੈ, ਮੇਰਾ ਫਰਜ਼ ਹੈ, ਉਸ ਦਿਨ ਇੱਥੇ ਗੰਦਗੀ ਨਹੀਂ ਦਿਸਣੀ। ਵਰਨਾ ਉਦੋਂ ਤੱਕ ਹਰ ਇੱਕ ਜਣਾ ਆਪਣੇ ਤੱਕ ਸੀਮਤ ਹੈ। ਮੈਂ ਕਿਸੇ ਹੀ ਤਰ੍ਹਾਂ ਇੱਥੋਂ ਬਾਹਰ ਭੱਜ ਲਵਾਂ, ਇਸ ਸੋਚ ਨਾਲ ਪੰਜਾਬ ਪ੍ਰਤੀ ਪਿਆਰ ਨਹੀਂ ਹੋ ਸਕਦਾ ਜੀ। ਸੋ ਡਾਕਟਰ ਸਾਹਿਬ, ਇੱਕ ਇਹ ਵੀ ਬੜਾ ਚੱਲ ਰਿਹਾ ਹੈਗਾ, ਜਿੱਦਾਂ ਸੋਸ਼ਲ ਮੀਡੀਆ ਤੇ ਵੀ ਮੈਂ ਖੁਦ ਕਿੰਨੇ ਜਣਿਆਂ ਨੂੰ ਦੇਖਿਆ, ਉਹ ਕਹਿੰਦੇ ਕਿ ਜਿੱਥੇ ਬਹੁਤ ਜ਼ਿਆਦਾ ਸਾਫ਼ ਸਫਾਈ ਹੈ, ਬਹੁਤ ਹਾਈਜੀਨਿਕ ਤਰੀਕੇ ਨਾਲ ਰਹਿੰਦੇ ਨੇ ਲੋਕ, ਉੱਥੇ ਵਾਇਰਸ ਫੈਲਣ ਦਾ ਜ਼ਿਆਦਾ ਖਤਰਾ, ਉੱਥੇ ਵਧੀਆ ਤਰੀਕੇ ਨਾਲ ਅਟੈਕ ਕਰਦਾ ਹੈ। ਤੇ ਜਿੱਥੇ ਆਪਣੇ ਵਰਗੇ ਮੁਲਕ ਦੇ ਵਿੱਚ ਜਿੱਥੇ ਪਹਿਲਾਂ ਹੀ ਗੰਦਗੀ, ਸਭ ਕੁਝ ਕੀਟਨਾਸ਼ਕ ਖਾਂਦੇ ਆ, ਉੱਥੇ ਘੱਟ ਹੈ। ਇਹ ਮਿੱਥ ਹੈ ਕਿ ਸੱਚ ਹੈ? ਨਹੀਂ, ਇਹ ਇਸ ਕਰਕੇ ਸੱਚ ਹੈ, ਮੈਂ ਦੱਸਣਾ ਚਾਹੁੰਦੀ ਹਾਂ, ਕਿਉਂਕਿ ਸਾਡੀ ਬਾਡੀ ਦੀ ਇਮਿਊਨਿਟੀ ਜੋ ਅਸੀਂ ਟੀਕਾਕਰਨ ਕਰਦੇ ਹਾਂ ਉਹਦੇ ਵਿੱਚ ਅਸੀਂ ਇੱਕ ਤਰੀਕੇ ਜਿਉਂਦੇ ਕੀਟਾਣੂ ਨੂੰ ਅੱਧਾ ਪਚੱਧਾ ਮਾਰ ਕੇ ਸਰੀਰ ਅੰਦਰ ਭੇਜਦੇ ਹਾਂ ਕਿ ਸਾਡੇ ਆਪਣੇ ਸਰੀਰ ਅੰਦਰਲੇ ਜੋ ਇਮਿਊਨ ਸਿਸਟਮ ਹੈ ਰਵਾਂ ਹੋ ਕੇ ਉਸ ਕੀਟਾਣੂ ਦੇ ਖਿਲਾਫ ਸੈੱਲ ਬਣਾਵੇ, ਉਹਨੂੰ ਮਾਰਨ ਦੀ ਤਾਕਤ ਆਪਣੇ ਸਰੀਰ ਅੰਦਰ ਭਰ ਲਵੇ। ਬਿਲਕੁਲ ਇਸੇ ਤਰ੍ਹਾਂ ਜਿਹੜੇ ਸੜਕਾਂ ਤੇ ਕੰਮ ਕਰਦੀਆਂ ਮਾਵਾਂ ਜੰਮਦਾ ਨਿਆਣਾ ਸੜਕ ਤੇ ਸੁੱਟ ਦਿੰਦੀਆਂ ਨੇ, ਗੰਦਗੀ ਵਿੱਚੋਂ ਪਲ ਕੇ ਨਿਕਲਦਾ ਹੈ, ਉਹ ਤਗੜਾ ਬਣਦਾ ਜੇ। ਉਹਨੂੰ ਛੇਤੀ ਟੱਟੀਆਂ ਉਲਟੀਆਂ ਜਾਂ ਖੰਘ ਜ਼ੁਕਾਮ ਨਾਲ ਓਨੀ ਛੇਤੀ ਦਾਖਲ ਨਹੀਂ ਹੁੰਦਾ ਜਿੰਨੇ ਅਸੀਂ ਸਫਾਈ ਕਰਦੇ ਵੀ ਮਿੱਟੀ ਤੇ ਨਹੀਂ ਰੱਖਣਾ, ਗੋਦੀ 'ਚ ਰੱਖਣਾ, ਉਹ ਛੇਤੀ ਤੇ ਵੱਧ ਬਿਮਾਰ ਹੁੰਦੇ ਨੇ। ਯਕੀਨਨ ਇਸੇ ਤਰ੍ਹਾਂ ਗੋਦੀ ਵਿੱਚ ਪਲਿਆ ਬੱਚਾ ਤੇ ਸੜਕ ਤੇ ਰੁਲ ਕੇ ਖੇਡਦਾ, ਤੁਸੀਂ ਵੇਖ ਲਿਓ ਜਿੰਨੇ ਵੀ ਖੇਡਾਂ ਦੇ ਵਿੱਚ ਮੱਲਾਂ ਮਾਰਨ ਵਾਲੇ ਲੋਕ ਨੇ, ਗਰੀਬ ਘਰਾਂ 'ਚੋਂ ਉੱਠ ਕੇ ਤੇ ਅੱਤ ਦੀ ਮਿਹਨਤ ਕਰਕੇ ਫਿਰ ਉੱਥੇ ਪਹੁੰਚੇ ਨੇ। ਰੱਜੇ ਪੁੱਜੇ ਘਰਾਂ ਦੇ ਵਿੱਚੋਂ ਕੋਈ ਵੀ ਅਜਿਹੇ ਨਹੀਂ ਸਾਡੇ ਸਾਹਮਣੇ ਆਉਂਦੇ ਐਗਜ਼ਾਮਪਲਸ ਜਿਨ੍ਹਾਂ ਨੇ ਵੱਖ ਕਿਸਮ ਦੇ ਝੰਡੇ ਗੱਡੇ ਹੋਣ, ਸਿਰਫ ਇਸੇ ਲਈ ਕਿ ਉੱਥੇ ਤੁਹਾਨੂੰ ਅਗਾਂਹ ਵਧਣ ਦੀ ਇੱਕ ਮਨ ਵਿੱਚ ਤੁਹਾਡੇ ਹਸਰਤ ਹੁੰਦੀ ਹੈ, ਮੈਂ ਆਪਣੇ ਆਪ ਨੂੰ ਵਿਖਾਉਣਾ ਹੈ ਕੁਝ ਕਰਕੇ। ਉਹ ਸਰੀਰ ਅੰਦਰ ਤਾਕਤ ਕੁਛ ਵੱਖ ਭਰ ਦਿੰਦਾ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਅਨੇਕ ਬਿਮਾਰੀਆਂ ਵਿੱਚੋਂ ਬਚ ਕੇ ਨਿਕਲਦੇ ਹਾਂ, ਸਾਡੇ ਸਰੀਰ ਦੀ ਨੈਚੁਰਲ ਇਮਿਊਨਿਟੀ ਬਹੁਤ ਵੱਧ ਹੋ ਜਾਂਦੀ ਜੀ। ਪਰ ਦੋ ਚੀਜ਼ਾਂ ਮੈਂ ਦੱਸ ਦਿਆਂ ਸਾਰਿਆਂ ਲਈ ਜਿਹੜੀਆਂ ਵੱਖ ਕਿਸਮ ਦੀਆਂ ਨੇ ਤੇ ਇਮਿਊਨਿਟੀ ਜਿਨ੍ਹਾਂ ਬਾਰੇ ਅਸੀਂ ਜਾਣ ਚੁੱਕੇ ਆਂ ਦਿੰਦੇ ਨੇ, ਵਿਟਾਮਿਨ ਸੀ ਤੇ ਜ਼ਿੰਕ, ਦੋ ਚੀਜ਼ਾਂ ਨੇ ਜਿਹੜੀਆਂ ਸਾਡੀ ਇਮਿਊਨਿਟੀ ਤਗੜੀ ਕਰਦੀਆਂ ਨੇ। ਸੋ ਤੁਸੀਂ ਰੱਜ ਕੇ ਫਲ ਖਾਓ
ਤੇ ਔਲੇ ਖਾਓ, ਇਹ ਜ਼ਿਆਦਾ ਬੈਟਰ ਹੈ ਬਜਾਏ ਕਿ ਪਿਆਜ਼ ਅਦਰਕ ਦੇ ਵਿੱਚ ਰੁਲਣ ਨਾਲੋਂ। ਸੋ ਕੋਸ਼ਿਸ਼ ਕਰੋ ਇਹ ਚੀਜ਼, ਮਤਲਬ ਵਿਟਾਮਿਨ ਸੀ ਲਈਏ ਜ਼ਿਆਦਾ, ਤੇ ਜ਼ਿੰਕ ਜੇ ਰੈਗੂਲਰ ਲਈਏ, ਇਹ ਸਾਡੀ ਇਮਿਊਨਿਟੀ ਵਧਾਉਂਦੀ ਹੈ। ਤੇ ਸਿੰਪਲ ਪਾਣੀ ਵੱਧ ਪੀਓ, ਜਿਹਦੇ ਨਾਲ ਵਾਇਰਸ ਪਿਸ਼ਾਬ ਰਾਹੀਂ ਨਿਕਲ ਵੀ ਛੇਤੀ ਜਾਂਦੀ ਹੈ। ਮਤਲਬ ਇਹ ਚੀਜ਼ਾਂ ਸਾਨੂੰ ਹਮੇਸ਼ਾ ਹੀ ਲੈਣੀਆਂ ਚਾਹੀਦੀਆਂ ਨੇ, ਜ਼ਰੂਰੀ ਨਹੀਂ ਕਿ ਹੁਣ ਬਿਮਾਰੀ ਹੈ ਤਾਂ ਹੁਣ ਲਈਏ। ਇਮਿਊਨ ਸਿਸਟਮ ਤਗੜਾ ਜੀ ਕਰਨ ਬਿਲਕੁਲ, ਇਹ ਚੀਜ਼ਾਂ ਤੁਸੀਂ ਆਮ ਵੀ ਲੈਂਦੇ ਰਹੋ ਤੇ ਚੰਗੀਆਂ ਨੇ, ਪਰ ਪਾਣੀ ਜ਼ਿਆਦਾ ਪੀਣ ਦੀ ਆਦਤ ਪਾਈਏ। ਅਸੀਂ ਦੇਖਿਆ ਬਹੁਤ ਸਾਰੇ ਜਿਨ੍ਹਾਂ ਪੇਸ਼ੈਂਟਸ ਨੂੰ ਵੀ ਅਸੀਂ ਗੱਲ ਕਰਦੇ ਹਾਂ, ਪਾਣੀ 1 ਜਾਂ 2 ਗਿਲਾਸ ਤੱਕ, ਉਹ ਵੀ ਕਦੇ ਕਹਿੰਦੇ ਨੇ ਸ਼ਾਇਦ ਅੱਜ ਪੀਤਾ ਸੀ ਕਿ ਨਹੀਂ। ਇਹ ਆਦਤ ਪਾਈਏ ਵੀ ਰੈਗੂਲਰ ਤੌਰ ਤੇ ਅਸੀਂ ਪਾਣੀ ਜ਼ਰੂਰ ਪੀਂਦੇ ਰਹੀਏ। ਸੋ ਡਾਕਟਰ ਸਾਹਿਬ, ਇੱਕ ਮੈਂ ਹੋਰ ਸਵਾਲ ਪੁੱਛਾਂ। ਇੱਕ ਚਾਈਨਾ ਤੋਂ ਇੱਕ ਡਾਕਟਰ ਦਾ ਆਡੀਓ ਹੈ ਜਿਹੜਾ ਉਹ ਸਾਹਮਣੇ ਆਇਆ, ਤਾਂ ਉਹ ਕਹਿ ਰਹੇ ਨੇ ਕਿ ਸਰਕਾਰ ਜਿੰਨੀਆਂ ਮੌਤਾਂ ਹੋਈਆਂ ਨੇ ਉਨੀਆਂ ਸਰਕਾਰ ਦੱਸ ਨਹੀਂ ਰਹੀ, ਤੇ ਸਾਨੂੰ ਵੀ ਪ੍ਰੈਸ਼ਰਾਈਜ਼ ਕੀਤਾ ਗਿਆ ਸਰਕਾਰ ਦੇ ਵੱਲੋਂ ਕਿ ਤੁਸੀਂ ਸੱਚਾਈ ਹੈ ਜਿਹੜੀ ਉਹ ਲੋਕਾਂ ਵਿੱਚ ਨਹੀਂ ਦੱਸਣੀ ਤਾਂ ਕਿ ਪੈਨਿਕ ਕ੍ਰੀਏਟ ਨਾ ਹੋਵੇ। ਕੀ ਸਰਕਾਰਾਂ ਇਸ ਤਰ੍ਹਾਂ ਕਰਦੀਆਂ ਨੇ? ਜੀ ਬਿਲਕੁਲ, ਸਰਕਾਰਾਂ ਕਰਦੀਆਂ ਨੇ। ਬਿਲਕੁਲ, ਸਾਡੇ ਉੱਤੇ ਵੀ ਬੜੀ ਵਾਰ ਹਦਾਇਤਾਂ ਇਹ ਸਾਨੂੰ ਜਾਰੀ ਹੁੰਦੀਆਂ ਕਿ ਤੁਸੀਂ ਬਿਲਕੁਲ ਮੂੰਹ ਤੇ ਟੇਪ ਲਾਓ, ਪਤਾ ਹੀ ਨਹੀਂ ਹੋਣਾ ਚਾਹੀਦਾ ਕਿੰਨੇ ਕੇਸ ਆਏ, ਕਿੰਨੀਆਂ ਮੌਤਾਂ ਹੋਈਆਂ। ਇਹ ਸਾਡੇ ਤੇ ਵੀ ਸਟ੍ਰਿਕਟ ਗੱਲ ਹੁੰਦੀ ਹੈ ਕਿ ਤੁਸੀਂ ਦੱਸਣਾ ਹੀ ਨਹੀਂ ਕਿ ਇਹ ਕੇਸਿਸ ਤੇ ਵਾਰ-ਵਾਰ ਇਸੇ ਤਰ੍ਹਾਂ ਵੀ ਕਿਤੇ ਸਰਕਾਰ ਨੂੰ ਕੰਮ ਕਰਨ ਲਈ ਲੋਕ ਕੁਐਸਚਨ ਨਾ ਕਰਨ ਲੱਗ ਜਾਣ ਕਿ ਕਿਉਂ ਭਾਈ ਤੁਸੀਂ ਕੀ ਕੀਤਾ, ਵੀ ਇਹ ਸਵਾਲ ਸਾਨੂੰ ਨਾ ਪੁੱਛੇ ਜਾਣ। ਸੋ ਸਵਾਲਾਂ ਤੋਂ ਡਰਦੇ ਮਾਰੇ। ਜੀ ਬਿਲਕੁਲ, ਸਵਾਲਾਂ ਤੋਂ ਡਰਦੇ ਮਾਰੇ ਵੀ, ਤੇ ਕੰਮ ਤੋਂ ਡਰਦੇ ਮਾਰੇ ਵੀ ਕੰਮ ਨਾ ਕਰਨਾ ਪਏ। ਸੋ ਇਹ ਹਦਾਇਤਾਂ ਇੱਕ ਵਾਰ ਨਹੀਂ ਅਨੇਕ ਵਾਰ ਆਉਂਦੀਆਂ ਨੇ ਕਿ ਬਿਮਾਰੀ ਹੋਈ ਤੇ ਇਹ ਮੂੰਹ ਆਪਣਾ ਬੰਦ ਕਰਕੇ ਰੱਖੋ, ਤੇ ਜੇ ਕਿਤੇ ਜ਼ਿਕਰ ਵੀ ਕੀਤਾ ਜੇ ਤੁਹਾਨੂੰ ਚਾਰਜ ਸ਼ੀਟ ਕਰ ਦਿਆਂਗੇ, ਇਹ ਕਰ ਦਿਆਂਗੇ। ਸੋ ਇਹੋ ਜਿਹੇ ਬਥੇਰੀ ਵਾਰ ਆਰਡਰਸ ਨਿਕਲਦੇ ਨੇ ਕਿ ਗੱਲ ਕਰਨੀ ਹੋਈ ਨਹੀਂ। ਤੇ ਇਹ ਸਟ੍ਰਿਕਟ ਹਦਾਇਤਾਂ ਮੰਤਰੀਆਂ ਦੇ ਅਧੀਨ ਮੀਟਿੰਗਾਂ ਵਿੱਚ ਵੀ ਕੀਤੀਆਂ ਜਾਂਦੀਆਂ ਨੇ ਕਿ ਬਿਲਕੁਲ ਚੁੱਪ ਹੋ ਜਾਓ, ਕਿਸੇ ਨੇ ਗੱਲ ਕੱਢਣੀ ਨਹੀਂ। ਅੱਛਾ, ਸੋ ਡਾਕਟਰ ਸਾਹਿਬ, ਇੱਕ ਹੁਣ ਚੀਨ ਦਾ ਮੈਂ ਸੋਚ ਰਹੀ ਸੀ ਕਿ ਪਿਛਲੇ 4-5 ਦਿਨਾਂ ਤੋਂ ਕਿ ਚੀਨ ਨੇ ਪੂਰੀ ਤਰ੍ਹਾਂ ਦੇ ਨਾਲ ਕਾਬੂ ਪਾ ਲਿਆ ਇਸ ਬਿਮਾਰੀ ਦੇ ਉੱਤੇ। ਪਹਿਲਾਂ ਖਬਰ ਆਉਂਦੀ ਸੀ ਕਿ ਅੱਜ 390 ਮੌਤਾਂ ਹੋਈਆਂ, ਅੱਜ 510 ਮੌਤਾਂ ਹੋਈਆਂ, ਇੱਕਦਮ ਕਾਬੂ ਪਾ ਲਿਆ। ਕਿਉਂਕਿ ਵਾਇਰਸ ਦੀ ਉਮਰ ਹੈ, ਇਹਨੇ 14 ਦਿਨਾਂ ਦੇ ਬਾਅਦ ਆਪਣੇ ਆਪ ਖਤਮ ਹੋ ਜਾਣਾ ਹੁੰਦਾ ਜੇ। ਸੋ ਇਸੇ ਤਰ੍ਹਾਂ ਜੇ ਅਸੀਂ ਟ੍ਰਾਂਸਫਰ ਰੋਕ ਲਈਏ ਕਿ ਅੱਗੇ ਨਹੀਂ ਤੁਰੇ ਤਾਂ ਉਹਨੇ ਨੈਚੁਰਲ ਡੈਥ ਖਤਮ ਹੋ ਜਾਣਾ, ਉਹਨੇ ਮਾਰੀ ਜਾਣਾ। ਇਹੀ ਕਾਰਨ ਹੈ ਕਿ ਅਸੀਂ ਪ੍ਰੀਵੈਂਸ਼ਨ ਤੇ ਜ਼ੋਰ ਪਾ ਰਹੇ ਹਾਂ ਕਿ ਜਿਹਨੂੰ ਹੈ ਭਈ ਤੁਸੀਂ ਅਲੱਗ ਹੋ ਜਾਓ, 14 ਦਿਨਾਂ 'ਚ ਖਤਮ ਹੈ, ਵਾਇਰਸ ਨੇ ਖਤਮ ਹੀ ਹੋ ਜਾਣਾ। ਸੋ ਜੇ ਅਸੀਂ ਇਸੇ ਤਰੀਕੇ ਹੀ ਰੋਕ ਸਕੇ ਕਿ ਇੱਕਦਮ ਸਾਰਾ ਕੁਝ ਬੰਦ ਕਰ ਲਓ, 14 ਦਿਨਾਂ ਨੂੰ ਇਹਨੇ ਮੁੱਕ ਹੀ ਜਾਣਾ। ਡਾਕਟਰ ਸਾਹਿਬ, ਆਖਰੀ ਸਵਾਲ ਹੈ, ਜਿਹੜੇ ਲੋਕ ਹਾਲੇ ਵੀ ਕਰੋਨਾ ਵਾਇਰਸ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਹੇ, ਸਿਰਫ ਮਜ਼ਾਕ ਦੇ ਵਿੱਚ ਟਾਲ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਕਹੋਗੇ? ਜੀ ਮੇਰੀ ਇਹੋ ਸਲਾਹ ਹੈ ਕਿ ਕਰੋਨਾ ਵਾਇਰਸ ਇੱਕ ਸਾਡੇ ਕੋਲ ਨਵੀਂ ਪਹੁੰਚੀ ਇੱਕ ਵਾਇਰਸ ਹੈ ਜਿਹਦੇ ਅਸੀਂ ਅਜੇ ਕਿਉਂਕਿ ਖੋਜ ਅਧੀਨ ਹੈ, ਹੋ ਸਕਦਾ ਬਹੁਤ ਸਾਰੇ ਇਹਦੇ ਪਹਿਲੂ ਅਗਾਂਹ ਆਉਣ ਜਿਨ੍ਹਾਂ ਵਿੱਚ ਆਵੇ ਕਿ ਇਹ ਇੰਨੀ ਮਾਰੂ ਸੀ ਨਹੀਂ, ਤੇ ਹੋ ਸਕਦਾ ਇਹ ਵੀ ਆਵੇ ਕਿ ਇਹਦੇ ਕੋਈ ਲੰਮੇ ਸਮੇਂ ਤੱਕ ਅਸਰ ਰਹਿਣ ਵਾਲੇ ਨੇ। ਇਹ ਵੀ ਹੋ ਸਕਦਾ ਕਿ ਅਗਲੇ ਵਰੇ ਇਹ ਇਸ ਤੋਂ ਵੀ ਭਿਆਨਕ ਰੂਪ ਇਖਤਿਆਰ ਕਰਕੇ ਆਵੇ। ਯਾਨੀ ਸਪਸ਼ਟ ਹੈ ਕਿ ਬਹੁਤੀ ਵਾਰ ਬੰਦਾ ਹੀ ਬੰਦੇ ਨੂੰ ਮਾਰਨ ਦੀ ਤਿਆਰੀ ਕਰਦਾ ਜੇ। ਕੋਈ ਹੋਰ ਇਸ ਪ੍ਰਜਾਤੀ ਜਿਹੜੀ ਆਪਣੇ ਆਪ ਨੂੰ ਮੰਨਦੀ ਹੈ ਕਿ ਮੈਂ ਹੁਣ ਸੁਪੀਰੀਅਰ ਮੋਸਟ ਆ, ਮੇਰੇ ਤੋਂ ਤਾਂ ਕੋਈ ਹੈ ਹੀ ਨਹੀਂ, ਮੇਰੇ ਤੋਂ ਵੱਧ ਤਾਕਤਵਰ ਕੋਈ ਹੈ ਹੀ ਨਹੀਂ, ਤਾਂ ਇਹਦਾ ਮਤਲਬ ਹੈ ਜਦੋਂ ਵੀ ਇਹ ਸੋਚ ਦਿਮਾਗ ਵਿੱਚ ਆ ਜਾਏ ਤਾਂ ਇਹ ਆਪਣੇ ਆਪ ਨੂੰ ਮਾਰ ਕੇ ਹੀ ਮਰਦੀ ਹੈ। ਬਿਲਕੁਲ ਇਸੇ ਤਰ੍ਹਾਂ ਅਨੇਕ ਥਾਵਾਂ ਤੇ ਜਿਸ ਨੂੰ ਲੱਗਦਾ ਹੈ ਨਾ ਅਜੇ ਵੀ ਕਿ ਇਹ ਡਰਨ ਦੀ ਲੋੜ ਬਿਲਕੁਲ ਹੀ ਨਹੀਂ ਹੈ, ਯਾਨੀ ਮੈਂ ਡਰਾ ਨਹੀਂ ਰਹੀ, ਜ਼ਰਾ ਝਾਤ ਮਾਰਿਓ, ਸਾਡੇ ਕੋਲ ਬਹੁਤ ਸਾਰੀਆਂ ਸੱਭਿਅਤਾਵਾਂ ਨੇ ਜਿਹੜੀਆਂ ਖਤਮ ਹੋ ਗਈਆਂ, ਭਾਵੇਂ ਉਹ ਮੋਇੰਜੋ ਦੜਾ ਜਾਂ ਇਲੀਨੋਇਆ ਸੀ ਜਾਂ ਜਿੰਨੀਆਂ ਵੀ ਤੁਸੀਂ ਹੁਣ ਤੱਕ 17 ਖਤਮ ਹੋਈਆਂ ਨੇ, ਉਹਨਾਂ ਸਾਰੀਆਂ ਦੇ ਵਿੱਚ ਇੱਕ ਕਾਰਨ ਬੜਾ ਉੱਭਰ ਕੇ ਸਾਹਮਣੇ ਆਇਆ, ਤੇ ਉਹ ਕਾਰਨ ਸੀ ਕੋਈ ਮਹਾਮਾਰੀ ਹੋਈ ਜਿਸ ਕਾਰਨ ਲੋਕ ਉੱਥੋਂ ਭੱਜੇ ਨਿਕਲੇ ਤੇ ਸਭ ਕੁਝ ਛੱਡ ਕੇ ਤਿਆਗ ਕੇ। ਕਈ ਥਾਵਾਂ ਤੇ ਤਾਂ ਇਹ ਹਾਲ ਹੈ ਕਿ ਉਹਨਾਂ ਦੀਆਂ ਬ੍ਰੈਡਾਂ ਵੀ ਲੱਭੀਆਂ ਉਸੇ ਤਰ੍ਹਾਂ ਮੇਜ਼ ਤੇ ਪਈਆਂ ਤੇ ਉੱਥੇ ਬੰਦਾ ਹੈ ਹੀ ਨਹੀਂ। ਯਾਨੀ ਇਸ ਤਰੀਕੇ ਇੱਕਦਮ ਸਭ ਕੁਝ ਖਤਮ ਹੋਇਆ। ਸੋ ਇਹ ਚੀਜ਼ ਇਤਿਹਾਸ ਵਿੱਚ ਜੇ ਹੈ ਤਾਂ ਫਿਰ ਵਰਤਮਾਨ ਵਿੱਚ ਜਾਂ ਭਵਿੱਖ ਵਿੱਚ ਵੀ ਹੋ ਸਕਦੀ ਹੈ। ਸੋ ਇਸੇ ਕਰਕੇ ਅਸੀਂ ਇਸ ਮਨੁੱਖੀ ਜ਼ਾਤ ਨੂੰ ਜੇ ਬਚਾਉਣਾ ਜੇ ਤਾਂ ਇਹੋ ਜਿਹੇ ਜਦੋਂ ਸਮੇਂ-ਸਮੇਂ ਤੇ ਕੁਝ ਵੀ ਮਾਰੂ ਹਮਲੇ ਹੋਣ ਤਾਂ ਸਾਨੂੰ ਉਹਨੂੰ ਬਚਾਉਣ ਲਈ ਪਰਹੇਜ਼ ਜ਼ਰੂਰੀ ਹੁੰਦਾ ਜੇ। ਡਰੋ ਨਾ, ਪਰ ਪਰਹੇਜ਼ ਤਾਂ ਜ਼ਰੂਰੀ ਜੇ। ਇਹਨੂੰ ਸਿਰਫ ਐਵੇਂ ਹੀ ਕਹਿ ਕੇ ਜਾਣ ਨਾਲ ਸਮਝ ਲਓ ਕਿ ਅਗਲੀ ਵਾਰ ਹੋ ਸਕਦਾ ਇਸ ਤੋਂ ਵੀ ਵੱਧ
ਮਾਰੂ ਰੂਪ ਵਿੱਚ ਸਾਹਮਣੇ ਆਵੇ, ਉਹਨੂੰ ਰੋਕਣ ਲਈ ਸਿਰਫ ਯਤਨ ਨੇ। ਜ਼ਰੂਰ ਇਹਦਾ ਹਿੱਸਾ ਬਣੋ, ਕਿਉਂਕਿ ਅਸੀਂ ਅੱਜ ਆਪਣਾ ਜੇ ਬਚਾ ਲਵਾਂਗੇ ਤਾਂ ਇੱਕ ਤਰੀਕੇ ਭਵਿੱਖ ਬਚਾ ਰਹੇ ਹੋਵਾਂਗੇ। ਇੱਕ ਨਿੱਕਾ ਸਵਾਲ ਹੋਰ ਮੈਮ ਦਿਮਾਗ ਦੇ ਵਿੱਚ ਆਇਆ ਸੀ ਕਿ ਜਦੋਂ ਮਹਾਮਾਰੀ ਫੈਲਦੀ ਹੈ ਦੁਨੀਆ ਦੇ ਵਿੱਚ ਤਾਂ ਕਿੰਨਾ ਕੁ ਫੀਸਦ ਹੁੰਦਾ ਹੈ ਮੌਤਾਂ? ਕਹਿੰਦੇ ਜਦੋਂ 1918 ਦੇ ਵਿੱਚ ਮਹਾਮਾਰੀ ਫੈਲੀ ਸੀ ਤਾਂ ਕਰੋੜਾਂ ਲੋਕ ਮਰ ਗਏ ਸੀ ਦੁਨੀਆ ਭਰ 'ਚ। ਇਹ ਜਨਰਲੀ ਇਦਾਂ ਹੀ ਹੁੰਦਾ ਹੈ ਜੀ। ਜਦੋਂ ਵੱਡੀ ਗਿਣਤੀ 'ਚ ਜਦੋਂ ਖਾਸ ਕਰ ਇਲਾਜ ਨਾ ਲੱਭਿਆ ਜਾ ਰਿਹਾ ਹੋਏ ਤਾਂ ਉਹਦੇ ਸਾਈਡ ਇਫੈਕਟ ਸਾਨੂੰ ਪਤਾ ਨਹੀਂ, ਇਹ ਨਹੀਂ ਪਤਾ ਕਿਸ ਤੇ ਕਿੰਨਾ ਅਸਰ ਕਰ ਰਿਹਾ। ਹੁਣ ਤਾਂ ਖੈਰ ਸਾਇੰਸ ਕਾਫੀ ਅੱਗੇ ਤੋਂ ਤਰੱਕੀ ਕਰ ਚੁੱਕੀ ਹੈ, ਪਰ ਜਦੋਂ ਵੀ ਕਦੇ ਅਜਿਹੀ ਕੋਈ ਬਿਮਾਰੀ ਜਿਹਨੇ ਯਕਦਮ ਬੰਦੇ ਨੂੰ ਚੱਕ ਦੇਣਾ ਤੇ ਜਦੋਂ ਤੱਕ ਅਜੇ ਸਾਡੇ ਟੈਸਟ ਹੀ ਨਹੀਂ ਦੱਸ ਸਕਦੇ ਕੀ ਹੋਇਆ ਤੇ ਕਿਵੇਂ ਉਹਨੂੰ ਸਾਂਭਣਾ, ਕੀ ਇਲਾਜ ਕਰਨਾ, ਉਦੋਂ ਅਜਿਹੀਆਂ ਮਹਾਮਾਰੀਆਂ ਆਉਂਦੀਆਂ। ਜਿਵੇਂ ਮੈਂ ਦੱਸਿਆ ਪਲੇਗ ਵੀ ਰਿਹਾ। ਤਾਂ ਹੁਣ ਇਸੇ ਤਰ੍ਹਾਂ ਜਦੋਂ ਅਸੀਂ ਇਜਾਦ ਨਵੀਆਂ ਚੀਜ਼ਾਂ ਕਰ ਰਹੇ ਹੋਈਏ, ਲੈਬੋਰੇਟਰੀਆਂ ਵਿੱਚ ਨਵੇਂ ਕੀਟਾਣੂ ਤਿਆਰ ਕਰ ਰਹੇ ਹੋਈਏ ਤਾਂ ਕੋਈ ਵੀ ਕਦੇ ਵੀ ਨਿਕਲ ਕੇ ਤਬਾਹੀ ਕਦੇ ਵੀ ਮਚਾ ਸਕਦਾ ਜੇ। ਕੋਈ ਇਹ ਨਹੀਂ ਕਿ ਅੱਜ ਹੈ ਤੇ ਕੱਲ ਨੂੰ ਨਹੀਂ, ਕਿਉਂਕਿ ਇਹ ਖੋਜਾਂ ਅਜੇ ਵੀ ਜਾਰੀ ਨੇ। ਤਾਂ ਸਮਝ ਲਓ ਇਹ ਸਮਾਂ ਫਿਰ ਦੁਬਾਰਾ ਵੀ ਆ ਸਕਦਾ ਜੀ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਬਹੁਤ ਜ਼ਰੂਰੀ ਜਾਣਕਾਰੀ ਦੇਣ ਦੇ ਲਈ। ਸੋ ਅਸੀਂ ਵੀ ਦਾ ਖਾਲਸ ਟੀਵੀ ਤੋਂ ਸਾਰਿਆਂ ਨੂੰ, ਦੁਨੀਆ ਭਰ ਦੇ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਪਰਹੇਜ਼ ਰੱਖੋ, ਵਿਟਾਮਿਨ ਸੀ ਲਓ, ਜ਼ਿੰਕ ਲਓ ਤੇ ਪਰਹੇਜ਼ ਰੱਖੋ ਇਸ ਚੀਜ਼ ਤੋਂ ਕਿ ਹੱਥ ਜਿਹੜਾ ਹੈ ਇੱਕ ਦੂਸਰੇ ਨੂੰ ਨਹੀਂ ਲਗਾਉਣਾ ਹੈਗਾ। ਆਈਸੋਲੇਟ ਹੋਣਾ ਜੇ ਤੁਹਾਨੂੰ ਲੱਗਦਾ ਕਿ ਜੇ ਤੁਸੀਂ ਇਸ ਬਿਮਾਰੀ ਤੋਂ ਪੀੜਿਤ ਹੋ ਜਾਂ ਕੋਈ ਸ਼ੱਕ ਹੈ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਵੀਡੀਓ ਜਰਨਲਿਸਟ ਦਿਲਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਪਟਿਆਲੇ ਤੋਂ ਖਾਸ ਰਿਪੋਰਟ।